ਵਾਹਿਗੁਰੂ ਸਾਹਿਬ ਜੀਓ। ਕਾਲ ਵਿਸਾਲ ਬਿਤਿਓ ਕ੍ਰਿਤ ਮੋਦੀ ਮੈਂ, ਇੱਕ ਵਿਰਾਟ ਕਾ ਭੀ ਨਾ ਖਟਾਈ। ਮੋਸੋ ਕੀਓ ਬਹੁ ਰੋਸ ਤਬੈ, ਟਿਗ ਤੂੰ ਹੀ ਰਹਿ ਧਨ ਦੀਨ ਗਵਾਈ। ਕਾਲ ਵਿਸਾਲ ਬਿਤਿਓ ਕ੍ਰਿਤ ਮੋਦੀ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦਿਖ ਜਾਣੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਮੋਦੀ ਦੀ ਕਾਰ ਕਰਨ ਲੱਗੇ ਹਨ। ਦੁਨੀਆ ਨੂੰ ਭੰਡਾਰੇ ਵਰਤਾ ਰਹੇ ਹਨ। ਗਰੀਬਾਂ ਨੂੰ ਕੱਪੜਾ, ਖਾਣ ਨੂੰ ਰੋਟੀ, ਨਾਲ ਨਾਲ ਸ੍ਰਿਸ਼ਟੀ ਦਾ ਭਲਾ ਨਾਮ ਜਪਾ ਕੇ ਕਰਦੇ ਹਨ। ਇਸ ਤਰ੍ਹਾਂ ਬਹੁਤ ਦੂਰ ਤੱਕ ਜਸ ਫੈਲ ਗਿਆ। ਇਹ ਜਸ ਪਹੁੰਚਦਾ ਪਹੁੰਚਦਾ ਰਾਏ ਭੋਏ ਦੀ ਤਲਵੰਡੀ ਪਹੁੰਚਿਆ। ਖੁਸ਼ੀ ਵਿੱਚ ਪਿਤਾ ਜੀ ਚੱਲੇ ਨੇ ਰਾਏ ਬੁਲਾਰ ਨੂੰ ਮਿਲ ਕੇ ਕਿ ਗੁਰੂ ਨਾਨਕ ਦੇਵ ਜੀ ਨੂੰ ਮੈਂ ਸਮਝਾ ਕੇ ਆਵਾਂ ਬਈ ਇਹ ਪੈਸੇ ਜਿਹੜੇ ਜੋੜਨੇ ਨੇ ਰੋੜਨੇ ਨਹੀਂ ਹਨ, ਕਿਉਂਕਿ ਪਤਾ ਹੈ ਸੁਭਾਅ ਦਾ ਕਿ ਗੁਰੂ ਨਾਨਕ ਦੇਵ ਜੀ ਤਾਂ ਮੰਗਤਿਆਂ ਨੂੰ ਪੈਸੇ, ਭਗਤਾਂ ਨੂੰ, ਸੰਤਾਂ ਸਾਧੂਆਂ ਨੂੰ ਪੈਸੇ ਦੇ ਦਿੰਦੇ ਨੇ, ਖਵਾ ਦਿੰਦੇ ਨੇ, ਵਸਤਰ ਦੇ ਦਿੰਦੇ ਨੇ। ਜਦੋਂ ਪਹੁੰਚੇ ਉੱਥੇ 2 ਘੰਟੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਬਈ ਬੜੀ ਖੁਸ਼ੀ ਹੋਈ ਹੈ, ਮੋਦੀ ਖਾਨੇ 'ਚ ਇੰਨਾ ਸਮਾਨ ਪਾਇਆ, ਇੰਨਾ ਕੀਤਾ, ਆਹ ਕੀਤਾ। ਸੋ ਕਹਿੰਦੇ ਹੁਣ ਕੰਮ ਦੀ ਗੱਲ ਹੋ ਜਾਏ ਫਿਰ। ਉਹ ਕਿਹੜੀ ਜੀ? ਕਹਿੰਦੇ ਬਈ ਇੰਨਾ ਚਿਰ ਹੋ ਗਿਆ, ਕੁਛ ਨਾ ਕੁਛ ਤਾਂ ਜੋੜਿਆ ਹੀ ਹੋਵੇਗਾ। ਕਿੰਨੇ ਕੁ ਪੈਸੇ ਜੋੜ ਲਏ ਹੁਣ ਤੱਕ? ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਪੈਸੇ ਤਾਂ ਨਹੀਂ ਮੈਂ ਜੋੜੇ, ਮੈਂ ਤਾਂ ਬਸ ਜਿੰਨੇ ਆਉਂਦੇ ਨੇ ਇੱਧਰੋਂ ਉੱਧਰ, ਉੱਧਰੋਂ ਉੱਧਰ ਚਲੇ ਜਾਂਦੇ ਨੇ। ਮੈਂ ਤਾਂ ਕਾਣੀ ਕੌਡੀ ਵੀ ਨਹੀਂ ਜੋੜੀ। ਇੰਨੀ ਗੱਲ ਸੁਣ ਕੇ ਪਿਤਾ ਜੀ ਨੂੰ ਬਹੁਤ ਗੁੱਸਾ ਆਇਆ। ਪੁੱਤਰ ਦਾ ਜਿਹੜਾ ਮਨ ਦੇ ਅੰਦਰ ਮੋਹ ਸੀ, ਉਹ ਜਿਵੇਂ ਪਾਣੀ ਵਿੱਚ ਕੱਖ ਰੁੜ ਜਾਂਦਾ ਹੈ, ਮੋਹ ਰੁੜ ਗਿਆ, ਖਤਮ ਹੋ ਗਿਆ ਮੋਹ। ਸਭ ਕੁਝ ਇੱਕਦਮ ਖਤਮ ਹੋ ਗਿਆ। ਬਸ ਇੱਕਦਮ ਜਿਵੇਂ ਗੁੱਸਾ ਆ ਗਿਆ ਮਨ ਦੇ ਅੰਦਰ। ਸੋ ਇਸ ਤਰ੍ਹਾਂ ਮਨ ਦੇ ਅੰਦਰ ਗੁੱਸਾ ਆਉਣ ਕਰਕੇ ਕਹਿੰਦੇ ਤੂੰ ਨਹੀਂ ਕੁਝ ਕਰ ਸਕਦਾ, ਮੇਰੇ ਘਰ ਐਵੇਂ ਜਨਮ ਲਿਆ। ਬਹੁਤ ਸਾਰੀਆਂ ਗੱਲਾਂ ਬੋਲੀਆਂ। ਆਓ ਸ਼ਰਵਣ ਕਰਦੇ ਹਾਂ ਅੱਗੇ ਕਿਸ ਪ੍ਰਕਾਰ ਪ੍ਰਸੰਗ ਆਉਂਦਾ ਹੈ। ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਕਾਲ ਵਿਸਾਲ ਬਿਤਿਓ ਕ੍ਰਿਤ ਮੋਦੀ ਮੈਂ, ਏਕ ਵਿਰਾਟ ਕਾ ਭੀ ਨਾ ਖਟਾਈ। ਹੁਣ ਬਹੁਤ ਵੀਰ ਰਸ 'ਚ ਆ ਗਏ ਨੇ, ਗੁੱਸੇ 'ਚ ਆ ਗਏ ਨੇ। ਬਹੁਤ ਸਮਾਂ ਮੋਦੀ ਦੀ ਕਾਰ ਕਰਦਿਆਂ ਤੁਹਾਨੂੰ ਇੱਥੇ ਬਤੀਤ ਹੋ ਗਿਆ। ਔਰ ਵਿਰਾਟ ਕਾ ਹੁੰਦੀ ਕੌਡੀ, ਇੱਕ ਕੌਡੀ ਵੀ ਨਹੀਂ ਹੁਣ ਤੱਕ ਤੁਸੀਂ ਜੋੜੀ। ਮੋਸੋ ਕੀਓ ਬਹੁ ਰੋਸ ਤਬੈ, ਟਿਗ ਤੂੰ ਹੀ ਰਹਿ ਧਨ ਦੀਨ ਗਵਾਈ। ਭਾਈ ਬਾਲਾ ਜੀ ਕਹਿੰਦੇ ਮੇਰੇ ਤੇ ਫੇਰ ਬਿਜਲੀ ਡਿੱਗੀ ਉੱਥੇ। ਪਹਿਲਾਂ 20 ਰੁਪਏ ਪਿੱਛੇ ਮੈਨੂੰ ਝਾੜ ਚੰਬ ਨਾਲ ਹੀ ਹੋਈ ਸੀ ਕਰਕੇ। ਕਹਿੰਦੇ ਲਾਲ ਜੀਆਂ ਅੱਖਾਂ ਮੈਨੂੰ ਕਹਿੰਦੇ ਆਹ ਨਾਲ ਹੈ ਨਾ ਜਿਹੜਾ, ਇਹੀ ਗਵਾਉਂਦਾ ਹੋਣਾ।
ਤੂੰ ਹੀ ਖਰਾਬ ਕਰਦਾ ਹੋਣਾ ਪੈਸੇ, ਇਹ ਤਾਂ ਵਿਚਾਰਾ ਭੋਲਾ ਹੈ। ਬਾਰਜ ਲੋਚਨ ਬੰਕ ਬਿਲੋਕ ਮੁਝੈ ਬਰਜਾ ਨਿਜ ਭੌਹੇ ਦਿਖਾਈ। ਕਹਿੰਦੇ ਫਿਰ ਮੈਨੂੰ ਅੱਖਾਂ ਬੜੀਆਂ ਟੇਢੀ ਜਿਹੀ ਨਜ਼ਰ ਕਰਕੇ, ਲਾਲ ਜੀਆਂ ਅੱਖਾਂ ਕੱਢ ਕੇ ਮੇਰੇ ਵੱਲ ਨੂੰ ਦੇਖਿਆ, ਭਾਵਾਂ ਚੜਾ ਲੀਆਂ ਉੱਪਰ ਨੂੰ, ਮੱਥੇ ਤੇ ਤਿਗੜੀਆਂ ਪਾ ਕੇ ਗੁੱਸੇ ਚ ਆ ਕੇ ਮੇਰੇ ਵੱਲ ਦੇਖਿਆ। ਖੀਜ ਹਿਰਦੈ ਦੁਰਬੈਨ ਭਨੈ ਬਹੁ ਤੂਸਨ ਹੋਏ ਰਹੇ ਜਗ ਸਾਈ। ਮਨ ਦੇ ਅੰਦਰ ਬਾਬਾ ਜੀ ਖਿਝ ਰਹੇ ਨੇ, ਖੋਟੇ ਵਾਕ ਕਹਿ ਰਹੇ ਨੇ। ਪਰ ਗੁਰੂ ਨਾਨਕ ਦੇਵ ਜੀ ਦੀ ਵੱਡੀ ਚੀਜ਼ ਕੀ ਹੈ? ਸ਼ਾਂਤੀ। ਬਸ ਗੁੱਸਾ ਨਹੀਂ ਕਰਨਾ। ਪਿਤਾ ਜੀ ਕੁਛ ਵੀ ਕਹੀ ਜਾਂਦੇ ਨੇ, ਆਪ ਜੀ ਅੱਗੇ ਜਵਾਬ ਨਹੀਂ ਦਿੰਦੇ। ਸੋਚਦੇ ਨੇ ਕਿ ਮੇਰੇ ਵੱਡੇ ਨੇ, ਪਿਤਾ ਜੀ ਨੇ, ਨਿਰਾਦਰ ਨਹੀਂ ਕਰਨਾ ਆਪਣੇ ਪਿਤਾ ਦਾ। ਇਉਂ ਸਤਿਕਾਰ ਵਿੱਚ ਚੁੱਪ ਰਹਿੰਦੇ ਹਨ। ਦੋਹਰਾ ਜੋ ਖੋਇਓ ਮਮ ਧਾਮ ਤੇ ਦੇਵੋ ਅਭੈ ਕਮਾਏ। ਹੁਣ ਸ਼ਰਤ ਰੱਖਤੀ, ਕਹਿੰਦੇ ਜਿੰਨਾ ਅਜੇ ਤੱਕ ਗਵਾਇਆ ਨਾ ਮੇਰੇ ਘਰੋਂ, ਮੇਰਾ ਵਾਪਸ ਕਰ ਸਾਰਾ। ਜਿਹੜਾ ਮੰਗਤਿਆਂ ਨੂੰ ਵੀ ਦਿੱਤਾ ਉਹ ਵੀ ਮੋੜ ਮੇਰਾ, ਜਿਹੜੇ ਸਾਧੂਆਂ ਨੂੰ ਰੋਟੀ ਖਵਾਈ ਉਹ ਵੀ ਮੇਰਾ ਮੋੜ। ਖੇਸ ਕੰਬਲ ਜਿੰਨੇ ਦਿੱਤੇ ਨੇ, ਛਾਂਪ ਦਿੱਤੀ, ਲੋਟਾ ਦਿੱਤਾ, ਜੋ ਦਿੱਤਾ ਨਾ ਸਭ ਮੇਰਾ ਵਾਪਸ ਕਰ ਹੁਣੇ। ਆਇਓ ਲੇਵਨ ਕਛੂ ਦੀਨੋ ਸਭ ਹੈ ਗਵਾਏ। ਮੈਂ ਕੁਛ ਲੈਣ ਆਇਆ ਸੀ, ਸੋਚਦਾ ਸੀ 500-700 ਹਜ਼ਾਰ ਰੁਪਈਆ ਜਮਾ ਹੋਵੇਗਾ, ਲੈ ਕੇ ਆਵਾਂਗਾ, ਪਰ ਤੁਸੀਂ ਤਾਂ ਸਾਰਾ ਕੁਝ ਮੇਰਾ ਗਵਾ ਹੀ ਦਿੱਤਾ ਹੈ। ਬੈਸ ਤਾਰਨ ਇਸ ਕੀ ਭਈ ਸਮਝ ਨਾ ਆਈ ਕੋਈ। ਐਡੀ ਹੁਣ ਜਵਾਨ ਉਮਰ ਹੋ ਗਈ, ਜਵਾਨੀ ਚ ਪੈਰ ਧਰ ਲਿਆ, ਪਰ ਇਹਨਾਂ ਨੂੰ ਹੁਣ ਤੱਕ ਕਿਸੇ ਗੱਲ ਦੀ ਸੋਝੀ ਨਹੀਂ ਪਈ ਹੈ। ਬਾਛਲ ਜੈਸੇ ਮਤ ਰਹੀ ਆਨ ਲਾਭ ਸਮਦੋਏ। ਇਹਨਾਂ ਨੂੰ ਤਾਂ ਨਾ ਨੁਕਸਾਨ ਨਾ ਨਫਾ, ਇੱਕੋ ਜੀ ਮਤ ਪਹਿਲਾਂ ਤੋਂ ਜਿਵੇਂ ਚੱਲੀ ਆਉਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਲਈ ਤਾਂ ਕੋਈ ਨਹੀਂ ਹੈ, ਕੋਈ ਨੁਕਸਾਨ ਹੋ ਜੇ, ਕੋਈ ਫਾਇਦਾ ਹੋ ਜੇ, ਉਹ ਇਹਨੂੰ ਨੁਕਸਾਨ ਫਾਇਦਾ ਮੰਨਦੇ ਹੀ ਨਹੀਂ। ਗੁਰੂ ਨਾਨਕ ਦੇਵ ਜੀ ਭਾਵੇਂ ਸਾਰੀ ਦੁਨੀਆ ਰੁੜ ਜੇ, ਤੁਹਾਡਾ ਨੁਕਸਾਨ ਫਾਇਦਾ ਕਾਹਦੇ 'ਚ ਹੈ? ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਨਿਤਨੇਮ ਸਿਮਰਨ ਭਗਤੀ ਇਹ ਨਹੀਂ ਦੂਰ ਹੋਣੇ ਚਾਹੀਦੇ। ਬਾਕੀ ਦੀਆਂ ਗੱਲਾਂ ਦੀ ਮੈਨੂੰ ਕੋਈ ਪਰਵਾਹ ਨਹੀਂ। ਰੋਟੀ ਮਿਲੇ ਨਾ ਮਿਲੇ, ਕੱਪੜਾ ਮਿਲੇ ਨਾ ਮਿਲੇ, ਮੇਰੇ ਲਈ ਤਾਂ ਸਭ ਤੋਂ ਵਧੀਆ ਹੈ ਨਾਮ ਧਨ। ਸਵਈਆ ਧਾਮ ਕੋ ਨਾਹਿ ਸੰਦੇਹ ਕੋ ਧਨ ਖੋਵਤ ਖਾਵਤ ਏਕ ਸੇ ਜੋਰੀ। ਸੋ ਇਸ ਕਰਕੇ ਘਰ ਦਾ ਤਾਂ ਕੋਈ ਸੰਦੇਹ ਨਹੀਂ ਹੈ ਮਨ ਦੇ ਅੰਦਰ, ਫਿਕਰ ਨਹੀਂ ਹੈ ਮਨ ਦੇ ਅੰਦਰ। ਔਰ ਇਹ ਜਿਹੜਾ ਹੈ ਧਨ ਹੈ, ਧਨ ਖੋਵਤ ਖਾਵਤ ਏਕ ਸੀ ਜੋਰੀ। ਆਹ ਜਿਹੜਾ ਨਾਲ ਹੈ ਨਾ, ਆ ਜੋੜੀ ਬਣਾਈ ਫਿਰਦਾ ਬਾਲਾ, ਇਹ ਨਾਲ ਰਲ ਗਿਆ ਇਹਦੇ, ਇੱਕੋ ਜੀ ਜੋੜੀ ਬਣਾਈ ਹੈ। ਦੋਨਾਂ ਨੂੰ ਘਰ ਦਾ ਕੋਈ ਫਿਕਰ ਨਹੀਂ, ਨਾ ਇਹਨੂੰ ਹੈ ਨਾ ਉਹਨੂੰ ਹੈ। ਤੇ ਬਸ ਪੈਸਾ ਆਖੇ ਵੰਡਣਾ। ਵੱਡੇ ਦਾਨੀ ਆਏ ਨੇ, ਦੋਨੋਂ ਜਾਣੇ ਦਾਨ ਕਰੀ ਜਾਂਦੇ ਨੇ, ਪੈਸਾ ਜੋੜਦੇ ਕੋਈ ਨਹੀਂ ਹਨ। ਦੂਜੋ ਜੇ ਹੋਤ ਭਲੋ ਸਮਝਾਵਤ ਹੈ ਨਾ ਗਮੀ ਧਨ ਕੀ ਮਨ ਥੋਰੀ। ਹੁਣ ਕਿਉਂਕਿ ਲੈਕਚਰ ਚੱਲਣਾ ਪੂਰਾ 2 ਘੰਟੇ, ਗੁੱਸੇ 'ਚ ਆ ਗਏ। ਹੁਣ BP ਦਾ ਤੱਕ ਥੱਲੇ ਨਹੀਂ ਹੁੰਦਾ ਜਦ ਤੱਕ ਬੇਬੇ ਨਾਨਕੀ ਨਹੀਂ ਆ ਕੇ ਸਮਝਾਉਂਦੀ, ਭਾਈਆ ਜੈ ਰਾਮ ਨਹੀਂ ਸਮਝਾਉਂਦੇ, ਉਦੋਂ ਤੱਕ ਕਹੀ ਜਾਣਾ। ਆਹ ਜਿਹੜਾ ਨਾਲ ਹੈ, ਚੱਲ ਨਾਲ ਇੱਕ ਸਿਆਣਾ ਤਾਂ ਹੁੰਦਾ, ਇਹ ਵੀ ਉਹੋ ਜਿਹਾ ਰਲਿਆ। ਜੇ ਸਿਆਣਾ ਹੁੰਦਾ ਤਾਂ ਇਹ ਸਮਝਾਉਂਦਾ ਵੀ ਆਪਾਂ ਪੈਸੇ ਜੋੜੀਏ, ਆਪਾਂ ਨੂੰ ਖਰਚਾ ਨਹੀਂ ਕਰਨਾ ਚਾਹੀਦਾ, ਪੈਸੇ ਜਮ੍ਹਾਂ ਕਰੀਦੇ ਹੁੰਦੇ ਨੇ। ਕਹਿੰਦੇ ਇਹ ਵੀ ਨਹੀਂ ਸਮਝਾਉਂਦਾ। ਜੋ ਮਤਵਾਨ ਹਤੋ ਕੋ ਮਾਨਵ ਕਾਰ ਇਸੇ ਮਹਿ ਲੈ ਧਨ ਜੋਰੀ। ਜੇ ਕੋਈ ਬੁੱਧੀਮਾਨ ਬੰਦਾ ਹੁੰਦਾ ਤਾਂ ਆਹ ਜਿਹੜਾ ਹੁਣ ਕੰਮ ਕੀਤਾ ਤੁਸੀਂ, ਕਿਤੇ ਛੋਟੀ ਜੀ ਗੱਲ। ਹਜ਼ਾਰਾਂ ਬੰਦੇ ਰੋਜ਼ ਲੈ ਕੇ ਇੱਥੋਂ ਜਾਂਦੇ ਨੇ, ਬੱਚਤ ਤਾਂ ਹੁੰਦੀ ਹੋਈ ਹੈ ਬੰਦੇ ਨੂੰ, ਬੱਚਤ ਕਰਦਾ ਸਿਆਣਾ ਬੰਦਾ ਜੋੜ ਕੇ ਰੱਖਦਾ। ਹੋਏ ਵਿਆਹੇ ਤਾਂ ਕਿਆ ਖਰਚਾ ਹੈ, ਤਬ ਚਾਹਾਂਗੇ ਆਪ ਕਮਾਈ ਜੋ ਮੋਰੀ। ਹੁਣ ਦੱਸੋ ਜਦੋਂ ਵਿਆਹ ਹੋ ਜਾਏਗਾ ਫਿਰ ਉੱਥੇ ਕੀ ਖਰਚਾ ਚਲਾਉਣਗੇ? ਫਿਰ ਉਦੋਂ ਬਾਅਦ ਮੈਨੂੰ ਇਹ ਫਿਕਰ ਆ
ਪਹਿਲਾਂ ਤੇ ਇੱਕ ਨਹੀਂ ਮਾਣ ਮੇਰਾ ਖਰਚਾ, ਫਿਰ ਇਹ ਜਦੋਂ ਵਿਆਹ ਗਿਆ ਫਿਰ 2 ਜਾਣੇ ਮੈਥੋਂ ਮੰਗਣਗੇ ਖਾਣ ਨੂੰ, ਕਿਉਂ ਆਪ ਤਾਂ ਕਮਾਉਣਾ ਨਹੀਂ। ਫਿਰ ਇਸ ਤਰ੍ਹਾਂ ਅੱਗੇ ਵੱਧਦੇ ਜਾਣੇ ਆ ਤੇ ਪੈਸੇ ਤਾਂ ਮੇਰੇ ਹੀ ਖਰਚਾਉਣੇ ਇਹਨਾਂ ਨੇ। हे सत वै जुआ तब पी अब शोर फजूली को होत हो सियाना। ਫਿਰ ਕਹਿੰਦੇ ਹੁਣ ਪੁੱਤਰ ਸਿਆਣਾ ਹੋ, ਜਵਾਨ ਉਮਰ ਹੋ ਗਈ ਤੇਰੀ, ਹੁਣ ਤੂੰ ਫਜ਼ੂਲੀ ਇਹ ਜਿਹੜੀ ਨਾ ਫਜ਼ੂਲ ਖਰਚੀ ਆ ਇਹ ਛੱਡ ਕੇ ਇੱਧਰ ਉੱਧਰ ਪੈਸਾ ਗਵਾਉਣਾ ਨਾ ਕਰ ਫਜ਼ੂਲ, ਤੂੰ ਹੁਣ ਸਿਆਣਾ ਬਣ ਜਾ ਭਾਈ। ਪਾਛਲ ਰੀਤ ਤੇ ਹੋਇ ਵਿਪਰੀਤਾ ਕਰੋ ਧਨ ਸੰਚਨ ਜੋ ਮਤਵਾਨਾ। ਜਿਹੜੀ ਪਿਛਲੀ ਰੀਤੀ ਸੀ ਗਵਾਉਣ ਦੀ ਹੁਣ ਉਹ ਤੋਂ ਉਲਟ ਹੋ ਜਾ, ਹੁਣ ਤੂੰ ਜੋੜਨ ਵਾਲੀ ਰੀਤੀ ਚ ਆ ਜਾ। ਇਹ ਜਿਹੜਾ ਧਨ ਹੈ ਇਹਨੂੰ ਸੰਚਨ ਕਰ, ਇਕੱਠਾ ਕਰ, ਕਿਉਂਕਿ ਬੁੱਧੀਮਾਨ ਬੰਦਾ ਆਉਣ ਵਾਲੇ ਸਮੇਂ ਲਈ ਪੈਸੇ ਥੋੜੇ ਬਹੁਤ ਜੋੜ ਕੇ ਰੱਖਦਾ, ਔਖੇ ਵੇਲੇ ਪੈਸੇ ਬੰਦੇ ਦੇ ਕੰਮ ਆ ਜਾਂਦੇ ਨੇ। ਜੇ ਮੁਝ ਦੇਨੇ ਕੋ ਨਾਹੀ ਚਾਹੋ ਮਨ ਪੂੰਜੀ ਨਿਰਾਲੀ ਰੱਖੋ ਨਿਜ ਥਾਨਾ। ਜੇ ਤੇਰੀ ਇਹ ਇੱਛਾ ਕਿ ਮੈਂ ਆਪਣੇ ਪਿਤਾ ਨੂੰ ਪੈਸੇ ਨਹੀਂ ਦੇਣੇ ਫਿਰ ਨਿਰਾਲੀ ਰੱਖ, ਪਰ ਜੋੜ ਕੇ ਦਿਖਾ ਮੈਨੂੰ ਬਈ, ਭਾਵੇਂ ਇੱਥੇ ਜੋੜ ਵੱਖਰੇ ਰੱਖ, ਮੈਨੂੰ ਪਤਾ ਲੱਗੇ ਕਿ ਮੇਰੇ ਪੁੱਤਰ ਨੇ ਇੰਨੇ ਪੈਸੇ ਜੋੜ ਲਏ ਹਨ। ਹੈ ਘਰ ਕਾਰਜ ਨਾਨਾ ਪ੍ਰਕਾਰ ਕੇ ਕਿਆ ਨਿਵਹਿ ਧਨਹੀਨ ਜੇ ਪਾਨਾ। ਹੁਣ ਜਦੋਂ ਹੱਥ ਪੈਸੇ ਤੋਂ ਖਾਲੀ ਹੋਣ ਘਰ ਦੇ ਕਿੰਨੇ ਕੰਮ ਹੁੰਦੇ ਨੇ, ਖਰਚੇ ਅਕਸਰ ਛੋਟੀ ਤੋਂ ਛੋਟੀ ਚੀਜ਼ ਦਾ ਖਰਚਾ ਹੈ, ਕੋਈ ਚੀਜ਼ ਮੁਫਤ ਤਾਂ ਮਿਲਣੀ ਨਹੀਂ। ਇਸ ਕਰਕੇ ਤੁਸੀਂ ਇਹ ਨਹੀਂ ਸਮਝਦੇ ਵੀ ਜੋ ਤੁਹਾਡੇ ਕੱਪੜਾ ਪਾਇਆ ਲੀੜਾ ਸੂਈ ਤੱਕ ਰਸੋਈ ਦਾ ਸਮਾਨ ਹੈ, ਖਾਣ ਪੀਣ ਦਾ, ਹੋਰ ਕੋਈ ਵੀ ਚੀਜ਼ ਹੈ, ਪੈਸੇ ਤੋਂ ਬਿਨਾਂ ਸੰਸਾਰ ਚੱਲਦਾ ਹੀ ਨਹੀਂ ਹੈ। ਦੋਹਰਾ ਧਨ ਸੰਚਨ ਕੇ ਅਨਕ ਗੁਣ ਵਰਣਨ ਕਰੇ ਸੁਨਾਏ। ਪੈਸਾ ਇਕੱਠਾ ਕਰਨ ਦੇ ਗੁਣ ਜਿਹੜੇ ਨੇ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੁਣਾਏ ਨੇ, ਤਾਂ ਕਿ ਸੁਣ ਕੇ ਇਹਨਾਂ ਤੇ ਅਸਰ ਪਵੇ, ਇਹ ਪੈਸੇ ਨੂੰ ਜਮ੍ਹਾਂ ਕਰਨ ਲੱਗ ਜਾਣ। ਬਹੁ ਬੁੱਧ ਸਮਝਾਵਾਈ ਰੋਸ ਨੇਹੋ ਮੰਨ ਲਿਆਏ। ਬਹੁਤ ਤਰੀਕਿਆਂ ਨਾਲ ਸਮਝਾਇਆ, ਗੁੱਸੇ ਨਾਲ ਵੀ ਸਮਝਾਇਆ, ਪਿਆਰ ਨਾਲ ਵੀ ਸਮਝਾਇਆ ਕਿ ਮੇਰਾ ਪੁੱਤਰ ਕਿਵੇਂ ਨਾ ਕਿਵੇਂ ਸਮਝ ਜਾਵੇ। ਸੋਰਠਾ ਬਹੁਰ ਦਿਲਾਸਾ ਦੀਨ ਕਰ ਦੁਲਾਰ ਨਿਜ ਤਨ ਸੋ। ਹੁਣ ਥੋੜਾ ਗੁੱਸਾ ਟੈੜਾ ਹੋ ਗਿਆ, ਚਲੋ ਕੋਈ ਨਹੀਂ, ਫੇਰ ਨਿਆਣੇ ਨੂੰ ਝਿੜਕਣਾ ਹੀ ਪੈਂਦਾ, ਕਹਿੰਦੇ ਝਿੜਕਾਂਗਾ ਨਾ ਤੇ ਸਿੱਧਾ ਕਿਵੇਂ ਹੋਵੇਗਾ। ਇਸ ਕਰਕੇ ਦੋਨਾਂ ਨੂੰ ਝਿੜਕਾਂ ਚੰਗੀਆਂ ਵੱਜੀਆਂ ਨੇ। ਹੁਣ ਫਿਰ ਪਿਆਰ ਵੀ ਆ ਗਿਆ, ਮੋਹ ਵੀ ਜਾਗ ਪਿਆ। ਉਹ ਤਾਂ ਸਤਿਗੁਰੂ ਦੇ ਹੱਥ ਵਿੱਚ ਹੀ ਆ ਚਾਬੀ, ਜਿੰਨਾ ਮਰਜ਼ੀ ਵਧਾ ਦੇਣ ਘਟਾ ਦੇਣ। ਹੁਣ ਲਾੜ ਆ ਗਿਆ, ਐ ਗਲ ਨਾਲ ਲਾ ਕੇ ਸੀਸ ਪਰ ਆਪਣਾ ਹੱਥ ਰੱਖਦੇ ਨੇ, ਪਿਆਰ ਦਿੰਦੇ ਨੇ। ਧਾਮ ਪਿਆਨਾ ਕੀਨ ਜਹਾਂ ਤੋ ਜੈ ਰਾਮ ਕੋ। ਫਿਰ ਦਿਲਾਸਾ ਦਿੱਤਾ, ਕੋਈ ਨਹੀਂ ਪੁੱਤ ਹੁਣ ਤੱਕ ਨਹੀਂ ਜੋੜੇ, ਹੁਣ ਧਿਆਨ ਰੱਖੀ ਅੱਗੇ ਤੋਂ। ਔਰ ਫਿਰ ਚੱਲਣਾ ਕੀਤਾ ਭਾਈਆ ਜੈ ਰਾਮ ਜੀ ਦੇ ਕੋਲੇ। ਦੋਹਰਾ ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ। ਹੁਣ ਅਗਲਾ ਜਿਹੜਾ 18ਵਾਂ ਪ੍ਰਸੰਗ ਪ੍ਰਾਰੰਭ ਹੋਣ ਲੱਗਿਆ, 264 ਅੰਗ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਰਧ ਅਧਿਆਇ 18। ਮੋਦੀ ਦੀ ਕਾਰ ਕਰ ਰਹੇ ਨੇ, ਲੇਖਾ ਹੋਣਾ ਹੁਣ, ਅਤੇ ਫਿਰ ਪੈਸੇ ਵੱਧ ਵੀ ਨਿਕਲਣੇ ਆ। ਪਰ ਪਹਿਲਾਂ ਗੁਰੂ ਅਰਜਨ ਦੇਵ ਜੀ ਤੋਂ ਆਸ਼ੀਰਵਾਦ ਲਈ ਮੰਗਲ ਕਰਕੇ ਕਵੀ ਜੀ ਆਪਣੀ ਕਵਿਤਾ ਦਾ ਕਮਾਲ ਇਉਂ ਦਿਖਾ ਰਹੇ ਨੇ। ਇੱਕ ਅੱਖਰ ਨੂੰ ਕਵੀ ਜੀ ਨੇ ਇਹ ਦੋਹਰੇ ਦੇ ਵਿੱਚ ਵਰਤਿਆ 4 ਵਾਰੀ। 4 ਵਾਰੀ ਅੱਖਰ ਕਿਵੇਂ ਵਰਤਿਆ? ਸ਼੍ਰੀ ਅਰਜਨ, ਅਰਜਨ ਸੁਨਤ, ਅਰਜਨ ਜਸ ਵਿਸਤਾਰ। ਇਹ ਅਲੱਗ-ਅਲੱਗ ਅਰਥ ਨੇ। ਬਾਣੀ ਅਰਜੁਨ, ਬਾਣ ਜਿਨ, ਬੰਧਨ ਪਦ ਸਿਰ ਧਾਰ। ਭਈ ਔਂਕੜ ਦੁਲੈਂਕੜ ਲੱਗਣ ਨਾਲ, ਵਿੱਚ ਬਿੰਦੀ ਲੱਗਣ ਨਾਲ, ਇਸ ਤਰ੍ਹਾਂ ਕਰਦਿਆਂ ਕਰਦਿਆਂ ਅਰਥਾਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਰਜ਼ ਹੁੰਦੀ ਇੱਕ, ਅਰਜਨ ਸੁਨਤ ਬੇਨਤੀਆਂ ਸੁਣਦੇ ਨੇ, ਅਰਜਨ ਜਸ ਵਿਸਤਾਰ, ਜਿਨ੍ਹਾਂ ਦਾ ਸੰਸਾਰ ਦੇ ਵਿੱਚ
ਬਹੁਤ ਉੱਜਲ ਜਸ ਜਿਹੜਾ ਹੈ ਉਹ ਫੈਲਿਆ ਹੋਇਆ। ਅਰਜਨ ਦਾ ਮਤਲਬ ਜਸ ਵੀ ਹੁੰਦਾ, ਉੱਜਲ ਚਿੱਟਾ। ਅਰਜਨ, ਜੋ ਅਰਜਨ ਅੱਖਰ ਵਰਤਿਆ ਬੇਨਤੀਆਂ ਲਈ। ਅਰਜਨ, ਗੁਰੂ ਅਰਜਨ ਦੇਵ ਜੀ ਜਿਹਨੂੰ ਸ਼੍ਰੀ ਅਰਜਨ ਕਿਹਾ। ਬਾਨੀ ਅਰਜਨ ਬਾਨ ਜਨ ਬੰਧਨ ਪਦ ਸਿਰ ਧਾਰ। ਕਹਿੰਦੇ ਜਿਨ੍ਹਾਂ ਦੀ ਜਿਹੜੀ ਬਾਣੀ ਆ ਨਾ, ਉਹ ਜਿਵੇਂ ਅਰਜੁਨ ਦੇ ਬਾਣ ਸੀਗੇ ਮਹਾਭਾਰਤ ਵਿੱਚ ਚੱਲਦੇ, ਐਸੇ ਅਮੋਘ ਬਾਣ ਛੱਡਦਾ ਸੀ, ਨਿਸ਼ਾਨਾ ਬੜਾ ਪੱਕਾ ਸੀ ਜਿਹਦਾ। ਉਹਨਾਂ ਦੀ ਉਚਾਰੀ ਹੋਈ ਬਾਣੀ ਮਹਾਰਾਜ ਦੀ ਤਾਂ ਅਰਜਨ ਦੇ ਤੀਰਾਂ ਵਾਂਗੂ ਮਨ ਦੇ ਵਿੱਚ ਅਮੋਘ ਘਾਉ ਪਾਉਣ ਵਾਲੀ ਹੈ। ਸੋ ਐਸਾ ਤੀਰ ਮਾਰਦੇ ਨੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਾ ਕਰੇਜਾ ਛੇਕ। ਸੋ ਐਸਾ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਉਹਨਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਮੈਂ ਬੜੇ ਪਿਆਰ ਨਾਲ ਮੱਥਾ ਟੇਕ ਕੇ ਇਹ ਕਵਿਤਾ 18ਵਾਂ ਪ੍ਰਸੰਗ ਲਿਖਣ ਦੀ ਆਗਿਆ ਲੈਂਦਾ, ਅਸ਼ੀਰਵਾਦ ਲੈਂਦਾ ਹਾਂ। ਸ੍ਰੀ ਬਾਲਾ ਸੰਦਰ ਬਾਚ ਦੋਹਰਾ। ਮਿਲਿਓ ਜਾਏ ਕੈ ਨਾਨਕੀ ਮਨ ਕਰ ਅਧਿਕ ਸਨੇਹ। ਭਾਈ ਬਾਲਾ ਸੰਧੂ ਜੀ ਗੋਤ ਵਾਲੇ, ਭਾਈ ਬਾਲਾ ਸੰਧੂ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਪ੍ਰਸੰਗ ਸ੍ਰੀ ਖਡੂਰ ਸਾਹਿਬ ਸੁਣਾ ਰਹੇ ਨੇ। ਸੋ ਇਸ ਤਰ੍ਹਾਂ ਕਹਿੰਦੇ ਫਿਰ ਜਾ ਕੇ ਮਿਲੇ ਬਾਬਾ ਕਲਿਆਣ ਚੰਦ ਜੀ ਬੇਬੇ ਨਾਨਕੀ ਜੀ ਨੂੰ, ਮਨ ਕਰਕੇ ਬਹੁਤਾ ਪਿਆਰ ਕਰਦੇ ਹਨ। ਅਸਨ ਬਸਨ ਆਨਿਓ ਹਤੋ ਦਿਓ ਬੈਸ ਕਰ ਗ੍ਰਹਿ। ਹੁਣ ਜਿਹੜਾ ਲਿਆਂਦਾ ਸੀ ਭੋਜਨ, ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਸੀ, ਪਹਿਲਾਂ ਲੈ ਕੇ ਜਾਂਦੇ ਸੀ ਲੱਡੂ ਪੰਜੀਰੀਆਂ ਆਦਿਕ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਦੀਆਂ। ਵਸਤਰ ਲੈ ਕੇ ਆਏ ਸਾਰਿਆਂ ਦੇ, ਅਤੇ ਫਿਰ ਬੜੇ ਆਦਰ ਨਾਲ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਨੇ ਆਸਣ ਦਿੱਤਾ, ਬਿਠਾਉਣਾ ਕੀਤਾ। ਪਰ ਪੁੱਤਰ ਜੀ ਨੂੰ ਪਹਿਲਾਂ ਜਾ ਕੇ ਮਿਲ ਆਏ। ਸੋਰਠਾ ਆਇਓ ਬਹੁਤ ਜਰਾਮ ਸਾਦਰ ਤੇ ਬੰਧਨ ਕਰੀ। ਫਿਰ ਭਾਈਆ ਜੈਰਾਮ ਜੀ ਆਪਣੀ ਨੌਕਰੀ ਤੋਂ ਜਦੋਂ ਵਾਪਸ ਆਏ ਘਰ, ਆ ਕਰਕੇ ਸਹਿਤ ਆਦਰ ਦੇ ਬਾਬਾ ਕਲਿਆਣ ਚੰਦ ਜੀ ਨੂੰ ਪੈਰੀਂ ਪੈਣਾ ਕੀਤਾ, ਕਿਉਂਕਿ ਉਦੋਂ ਇਹ ਮਰਿਆਦਾ ਹੀ ਹੁੰਦੀ ਸੀ, ਪੈਰੀਂ ਪਵਣਾ ਜਗ ਵਰਤਾਇਆ, ਵੱਡਿਆਂ ਦਾ ਸਤਿਕਾਰ ਕਰਨਾ, ਚਰਨੀ ਹੱਥ ਲਾਉਣਾ ਮਾਤਾ ਪਿਤਾ ਦੇ। ਇਹ ਸ਼ੁਰੂ ਤੋਂ ਲੈ ਕੇ ਇੱਕ ਰੀਤੀ ਚਲੀ ਆਈ। ਗੁਰੂ ਨਾਨਕ ਦੇਵ ਜੀ ਵੀ ਆਪਣੇ ਮਾਤਾ ਪਿਤਾ ਦੇ ਚਰਨੀ ਹੱਥ ਲਾਉਂਦੇ। ਮਿਲ ਬੈਸੇ ਸਭ ਧਾਮ ਹਿਰਦਾ ਅਮੋਦਹ ਸੰਗ ਭਰ। ਹੁਣ ਸਾਰੇ ਜਾਣੇ ਆਪਣੇ ਘਰ ਦੇ ਵਿੱਚ ਬਹੁਤ ਪਿਆਰ ਨਾਲ ਬੈਠੇ ਨੇ, ਔਰ ਸਾਰਿਆਂ ਦਾ ਹਿਰਦਾ ਜਿਹੜਾ ਹੈ ਬਹੁਤ ਖੁਸ਼ੀ ਨਾਲ ਭਰਿਆ ਹੋਇਆ। ਉਦਾਂ ਬਾਬਾ ਕਲਿਆਣ ਚੰਦ ਜੀ ਖੁਸ਼ ਨੇ ਕਿ ਮੇਰਾ ਪੁੱਤਰ ਮੈਂ ਦੇਖ ਕੇ ਆਇਆ, ਸੋਹਣਾ ਲੱਗਦਾ ਬੈਠਾ ਉੱਥੇ, ਮੋਦੀ ਦੀ ਕਾਰ ਕਰਦੇ ਨੇ। ਚਲੋ ਪੈਸਿਆਂ ਦੀ ਕੋਈ ਗੱਲ ਨਹੀਂ, ਹੌਲੀ ਹੌਲੀ ਜੋੜ ਲੈਣਗੇ। ਸਸ ਬਦਨਾ ਛੰਦ ਮਿਲ ਰਲ ਵੈਸਾ ਕੁਸ਼ਲ ਬੁਝੇਸਾ। ਉਸ ਵਕਤ ਇਹ ਸ਼ਸ਼ ਬਦਨਾ ਛੰਦ ਹੈ। ਸ਼ਸ਼ ਨਾਮ ਚੰਦਰਮਾ ਦਾ ਹੈ, ਚੰਦਰਮਾ ਵਰਗਾ ਚਿਹਰਾ ਜਾਂ ਐਸਾ, ਜਾਂ ਫਿਰ ਸ਼ਸ਼ ਨਾਮ ਸਹੇ ਦਾ ਹੈ, ਸਹੇ ਵਰਗਾ ਛੋਟਾ ਜਿਹਾ। ਉਹ ਇਹਦੇ ਚ ਚਾਲ ਵੱਖਰੀ ਬਣੀ। ਮਿਲ ਰਲ ਬੈਸਾ ਕੁਸ਼ਲ ਬੁਝੇਸਾ ਬਚਤਾ ਬਕਾਲੂ ਕਹਿਤ ਉਤਾਲੂ। ਇਹ ਛੋਟੀਆਂ ਛੋਟੀਆਂ ਚਾਰ ਪੰਕਤੀਆਂ, ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ। ਇਹ ਜਾਪ ਸਾਹਿਬ ਦੇ ਵਿੱਚ ਵੀ ਐਸਾ ਆਉਂਦਾ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ। ਇਹ ਸਾਰੇ ਪ੍ਰਸੰਗ ਦਸਮ ਦੀ ਸਾਰੀ ਬਾਣੀ ਅਤੇ ਸੂਰਜ ਪ੍ਰਕਾਸ਼ ਦੀ ਰਚਨਾ ਕਵੀ ਜੀ ਨੇ ਉੱਥੋਂ ਹੀ ਸਾਰਾ ਬਹੁਤ ਕੁਝ ਲਿਆ ਹੈ ਕਿ ਕਿਵੇਂ ਮਹਾਰਾਜ ਨੇ ਉੱਥੇ ਛੰਦ ਲਿਖੇ ਨੇ, ਕਿਵੇਂ ਉਸ ਥਾਂ ਦੇ ਉੱਤੇ ਦੋਹਰੇ ਲਿਖੇ ਨੇ, ਸ਼ਲੋਕ ਲਿਖੇ ਨੇ। ਬਹੁਤ ਵੱਡਾ ਭੰਡਾਰ ਕਵੀਆਂ ਲਈ ਅੱਗੇ ਭਰ ਕੇ ਰੱਖ ਦਿੱਤਾ। ਇਸ ਪ੍ਰਕਾਰ ਇਹ ਛੰਦ ਹੈ ਸੋਰਠਾ। ਆਇਓ ਬਹੁਤ ਜਿਹੜਾ ਸੀਗਾ ਭਾਵ ਸ਼ਸ਼ ਬੰਦਨਾ ਛੰਦ ਜਿਹੜਾ ਮਿਲ ਰਲ ਬੈਸਾ ਕੁਸ਼ਲ ਬੁਝੇਸਾ। ਮਿਲ ਕੇ ਰਲ ਕੇ ਬੈਠੇ ਨੇ ਇੱਕ ਦੂਜੇ ਨੂੰ। ਕੁਸ਼ਲ ਭਾਵ ਹੁੰਦੀ ਹੈ ਸੁਖ ਸਾਂਦ, ਪੁੱਛਣੀ ਕੀ ਹਾਲ ਹੈ, ਕਿਵੇਂ ਹੈ, ਸੁਖ ਆਨੰਦ ਹੈ। ਇਹ ਸ਼ੁਰੂ ਤੋਂ ਲੈ ਕੇ ਚਲੀ ਆਈ। ਬਾਲ ਬੱਚਾ ਰਾਜੀ ਹੈ,
ਬਚ ਤਬ ਕਾਲੂ ਕਹਿਤ ਉਤਾਲੂ। ਬਾਬਾ ਕਲਿਆਣ ਚੰਦ ਨੇ ਉਹ ਰਟੀਆਂ ਰਟਾਈਆਂ ਗੱਲਾਂ ਨੇ, ਛੇਤੀ ਉਹ ਬੋਲ ਜਾਂਦੇ ਆਪਾਂ, ਕਿਉਂਕਿ ਤੇ ਬਚਪਨ ਤੋਂ ਹੀ ਰਟੀਆਂ ਹੋਈਆਂ। ਹੋਰ ਕੀ ਹਾਲ ਹੈ, ਕਿੱਥੇ ਕੰਮ ਕਰਦਾ, ਬੱਚਿਆਂ ਦਾ ਕੀ ਹਾਲ ਹੈ, ਤੜਾ ਤੜਾ ਆਪਾਂ 10 ਗੱਲਾਂ ਇਕੱਠੀਆਂ ਬੋਲ ਸਕਦੇ ਹਾਂ, ਕਿਉਂਕਿ ਇਹ ਤਾਂ ਪੱਕੀਆਂ ਹੀ ਸਾਰਿਆਂ ਨੂੰ। ਜਿੱਥੇ ਕੋਈ ਮਿਲ ਗਿਆ ਇਹ 8-10 ਕੇ ਗੱਲਾਂ ਤਾਂ ਪੁੱਛ ਹੀ ਲੈਣੀਆਂ, ਤੇ ਉਹ ਅੱਗਿਓਂ ਆਪਾਂ ਨੂੰ ਵੀ ਰਟੀਆਂ ਹੁੰਦੀਆਂ ਨੇ, ਬਸ ਸਭ ਠੀਕ ਆ, ਬਸ ਸਭ ਠੀਕ। ਸੋ ਇਸ ਕਰਕੇ ਇਹ ਦੁਨਿਆਵੀ ਦੀਆਂ ਗੱਲਾਂ ਹਨ ਸਾਰੀਆਂ। ਸਤਮਮ ਆਇਓ ਨਹਿ ਸਮਝਾਇਓ ਕਰਤ ਕੁਕਾਰਾ ਸਜਨ ਉਜਾਰਾ। ਲੈਕਚਰ ਸ਼ੁਰੂ ਹੋ ਗਿਆ ਉੱਥੇ ਹੁਣ ਸਾਰਿਆਂ ਨੂੰ। ਉਹ ਜਿਹੜੀ ਗੱਲ ਹੈ ਇਹ ਨਹੀਂ ਦੇਖਣਾ ਵੀ ਮੇਰੀ ਬੇਟੀ ਦੇ ਸਹੁਰੇ ਘਰ ਆ ਵੀ ਚੁੱਪ ਰਹਾ ਇੱਥੇ ਮੈਂ। ਉਹ ਜਿਹੜਾ ਪੈਸਿਆਂ ਦਾ ਗੁੱਸਾ ਨਹੀਂ ਜਾਂਦਾ ਅੰਦਰੋਂ। ਕਹਿੰਦੇ ਸੁੱਤ ਮਮ ਆਇਓ, ਮੇਰਾ ਪੁੱਤ ਇੱਥੇ ਆਇਆ, ਤੁਸੀਂ ਨਹੀਂ ਸਮਝਾਇਆ ਭਾਈਆ ਜੈਰਾਮ, ਤੂੰ ਨਹੀਂ ਸਮਝਾਇਆ ਉਹਨਾਂ ਨੂੰ। ਉਹ ਇੰਨਾ ਕੁਕਾਰਾ ਪੁੱਠਾ ਕੰਮ ਕੀਤਾ, ਸਾਰਾ ਘਰ ਉਹਨੇ ਉਜਾੜ ਦਿੱਤਾ। ਸੁਧ ਨਹਿ ਲੀਨੋ ਤੁਮ ਕਿਆ ਕੀਨੋ ਸੁਰਤ ਵਿਸਾਰਾ ਕਿਹ ਧਨ ਡਾਰਾ। ਤੁਸੀਂ ਕਦੇ ਜਾ ਕੇ ਉਹਦੇ ਖਬਰ ਤਾਂ ਲੈ ਲਿਆ ਕਰੋ ਵੀ ਹੱਟੀ ਤੇ ਉਹ ਕਿੰਨੇ ਪੈਸੇ ਕਮਾਉਂਦੇ ਆ, ਘਰੇ ਲਿਆਉਂਦੇ ਕਿ ਨਹੀਂ ਲਿਆਉਂਦੇ। 2 ਦਿਨ 4 ਦਿਨ 10 ਦਿਨਾਂ ਬਾਅਦ ਤਾਂ ਪੁੱਛਣਾ ਸੀ ਵੀ ਕੋਈ ਬੱਚਤ ਹੋਈ ਆ ਤੇ ਲਿਆ ਇੱਥੇ ਜਮਾ ਰੱਖ ਸਾਡੇ ਕੋਲੇ। ਇਸ ਕਰਕੇ ਤੁਸੀਂ ਇਹ ਕੀ ਕੀਤਾ, ਸੁਰਤ ਵਿਸਾਰਾ, ਤੁਸੀਂ ਖਿਆਲ ਹੀ ਭੁਲਾਤਾ ਵੀ ਗੁਰੂ ਨਾਨਕ ਸਾਹਿਬ ਕਮਾਉਂਦੇ ਨੇ, ਇਹ ਧਨ ਡਾਰਾ, ਕਿੱਥੇ ਪੈਸੇ ਗਵਾਏ ਹਨ ਉਹ। ਨਹਿ ਨ ਬਿਹਾਵਾ ਚਿਤ ਮਹਿ ਚਾਹਾ ਤਹਿ ਧਨ ਨਹਿ ਖੋਵੈ ਅਸ ਵਿਦ ਹੋਵੈ। ਇਸ ਕਰਕੇ ਨਹਿਨ ਵਿਵਾਹਾ ਚਿਤ ਮਹਿ ਚਾਹਾ, ਇਸ ਕਰਕੇ ਉਹ ਨਹੀਂ ਚਾਹੁੰਦੇ ਵਿਆਹ ਕਰਨਾ, ਚਿੱਤ ਦੇ ਵਿੱਚ ਨਹੀਂ ਚਾਹੁੰਦੇ ਜੇ, ਕਿਉਂਕਿ ਵਿਆਹੇ ਨਹੀਂ ਨਾ ਹੋਏ। ਨਹਿਨ ਵਿਵਾਹਾ, ਜੇ ਵਿਆਹ ਹੋਇਆ ਹੋਵੇ ਫਿਰ ਬੰਦਾ ਧਨ ਨਹੀਂ ਖੋਂਦਾ, ਇਹ ਜੀ ਵਿਧੀ ਬਣ ਜਾਂਦੀ ਹੈ। ਕਰ ਰਖਵਾਰੀ ਨਿਤ ਸੁਧਕਾਰੀ ਬਹੁ ਧਨ ਆਵੈ ਕਿਹ ਵਿਦ ਜਾਵੈ। ਭਾਈਆ ਜੈਰਾਮ ਨੂੰ ਕਹਿਣ ਲੱਗੇ ਤੁਸੀਂ ਰਖਵਾਲੀ ਕਰਿਆ ਕਰੋ, ਰੋਜ਼ ਦੀ ਰੋਜ਼ ਖਬਰ ਰੱਖਿਆ ਕਰੋ, ਸ਼ਾਮ ਨੂੰ ਜਾ ਕੇ ਪੁੱਛਿਆ ਕਰੋ ਅੱਜ ਕਿੰਨੇ ਪੈਸੇ ਬਚੇ ਆ। ਜਦੋਂ ਆਉਂਦੇ ਤੁਹਾਡੇ ਕੋਲੇ ਪੁੱਛਿਆ ਕਰੋ, ਫਿਰ ਬਹੁਤਾ ਧਨ ਆਉਂਦਾ। ਕਿੱਥੇ ਨੂੰ ਜਾਂਦਾ ਪੈਸਾ, ਕਿਉਂ ਨਹੀਂ ਘਰੇ ਪੈਸੇ ਲਿਆਉਂਦੇ। ਭੁਜੰਗ ਛੰਦ ਕਹਿ ਨਾਨਕੀ ਬੈਨ ਤਾਤੰ ਸੁਨੀਜੈ ਲਗਿਓ ਕਾਰ ਭਰਾਤਾ ਭਲੇ ਹੀ ਜਨੀਜੈ। ਹੁਣ ਬੇਬੇ ਨਾਨਕੀ ਜੀ ਬਸ ਬਾਬਾ ਕਲਿਆਣ ਚੰਦ ਜੀ ਉਹਨਾਂ ਦੇ ਅੱਗੇ ਨਹੀਂ ਸੀ ਬੋਲਦੇ। ਜਦੋਂ ਬੇਬੇ ਜੀ ਨੇ ਸਮਝਾਉਣ ਲੱਗ ਜਾਣਾ, ਬੇਬੇ ਕਹਿਣ ਲੱਗੀ ਕਹਿ ਨਾਨਕੀ ਬੈਨ ਤਾਤੰ, ਜੋ ਪੁੱਤਰ ਹੈ ਭਾਵ ਗੁਰੂ ਨਾਨਕ ਦੇਵ ਜੀ, ਭਾਵ ਇੱਥੇ ਤਾਤੰਗ ਦਾ ਅਰਥ ਪਿਤਾ ਹੈ। ਕਹਿੰਦੇ ਜੋ ਪਿਤਾ ਜੀ ਸੁਣੋ, ਤੁਸੀਂ ਇੰਨਾ ਨਹੀਂ ਸ਼ੁਕਰ ਮਨਾਉਂਦੇ ਵੀ ਉਹ ਕੰਮ ਕਰਨ ਲੱਗ ਪਏ ਨੇ, ਪਹਿਲਾਂ ਤਾਂ ਕੰਮ ਹੀ ਨਹੀਂ ਸੀ ਕਰਦੇ। ਇਹ ਸ਼ੁਕਰ ਮਨਾਓ ਤੁਸੀਂ ਪਹਿਲਾਂ ਹੀ ਪੈਸੇ ਕਿਉਂ ਭਾਲਦੇ ਹੋ, ਕੰਮ ਕਰਨ ਲੱਗੇ, ਰੱਬ ਦਾ ਲੱਖ ਸ਼ੁਕਰ ਕਰੋ। ਹੋਵੇ ਹੈ ਕਿਤੇ ਥਾਏ ਵੈਸੇ ਸਗਾਈ ਉਦਾਸੀਨ ਜਾਂ ਕੋ ਲਖੀਜੈ ਸੁਭਾਈ। ਉਹਨਾਂ ਦਾ ਸੁਭਾਅ ਹੀ ਐਸਾ ਉਦਾਸੀਨ, ਕਿਉਂ ਵਿਆਹੇ ਬਾਰੇ ਨਹੀਂ ਹਲੇ। ਇਸ ਕਰਕੇ ਬੰਦੇ ਦਾ ਵਿਆਹ ਹੋ ਜਾਂਦਾ, ਆਪੇ ਫਿਕਰ ਪੈ ਜਾਂਦਾ, ਕਿਤੇ ਦੇਖਾਂਗੇ ਹੁਣ ਕੋਈ ਸਗਾਈ ਕਰਾਂਗੇ, ਕਿਤੇ ਲੜਕੀ ਲੱਭ ਕੇ। ਆਨ ਤੇਰੋ ਕਛੂ ਨਾਹਿ ਕੋਈ ਸਵਾਰੈ ਬਿਗਾਰੈ ਨਿਜੰਕਾਰ ਸੋਈ। ਹੁਣ ਪਹਿਲਾਂ ਤਾਂ ਚਲੋ ਤੁਹਾਡੇ ਉੱਥੇ ਰਹਿੰਦੇ ਸੀ, ਘਰ ਤੁਹਾਡੇ ਕੋਲ ਰਹਿੰਦੇ ਸੀ, ਉੱਥੇ ਪੈਸਾ ਵਿਗਾੜਦੇ ਜਾਂ ਕੁਝ ਕਰਦੇ, ਤੁਹਾਡਾ ਤਾਂ ਨਹੀਂ ਹੁਣ ਖੋਇਆ। ਤੁਸੀਂ ਪਹਿਲਾਂ ਕਹਿੰਦੇ ਸੀ ਜਾ ਮੇਰੇ ਘਰੋਂ ਚਲਿਆ ਜਾ, ਆਪਦਾ ਕਮਾ ਖਾ ਗਵਾ, ਮੈਨੂੰ ਕੀ। ਹੁਣ ਇਹਨਾਂ ਨੇ ਉਵੇਂ ਕਰ ਲਿਆ, ਆਪਦਾ ਕਮਾਉਂਦੇ ਨੇ, ਖਾਂਦੇ ਨੇ, ਗਵਾਉਂਦੇ ਨੇ, ਦਾਨ ਕਰਦੇ, ਤੁਹਾਨੂੰ ਹੁਣ ਕੀ ਆ। ਹੁਣ ਤੁਸੀਂ ਇੱਥੇ ਆ ਕੇ ਫੇਰ ਉਹਦੇ ਪਿੱਛੇ ਪਏ ਹੋ। ਪਹਿਲਾਂ ਤਾਂ ਦੇਖੋ ਤੁਸੀਂ ਇਹ ਕਹਿੰਦੇ ਸੀ ਜਾ ਆਪਣਾ ਕਮਾ, ਹੁਣ ਉਹ ਆਪਦਾ ਸਵਾਰ ਹੈ, ਵਿਗਾਰ ਹੈ, ਨਿਜੰਕਾਰ ਸੋਈ। ਉਹ ਤਾਂ ਉਹ ਆਪਣੀ ਕਿਰਤ ਹੈ ਗੁਰੂ ਨਾਨਕ ਸਾਹਿਬ ਦੀ, ਉਹ ਇਹਨੂੰ ਗਵਾਉਣ, ਦਾਨ ਕਰਨ, ਤੁਹਾਨੂੰ ਇਹਦੇ ਨਾਲ ਕੀ ਮਤਲਬ ਲੱਗੇ। ਭਨੇ ਬੈਨ ਜਾ ਰਾਮ ਤਾਂ ਸੋ ਸੁਨਾਈ ਭਇਓ ਹੈ ਅਬ ਸੋਧ ਜਾਂਕੀ ਸਗਾਈ। ਭਾਈਆ ਜੈ ਰਾਮ ਜੀ ਵੀ ਹੁਣ ਬੋਲੇ, ਕਹਿੰਦੇ ਹੁਣ ਦੇਖੋ ਐਸਾ ਹੈ, ਹੁਣ ਅਸੀਂ ਢੂੰਡ ਕਰ ਰਹੇ ਹਾਂ ਇਹਨਾਂ ਲਈ, ਕੋਈ ਅੱਛੇ ਘਰ ਦੀ ਲੜਕੀ ਲੱਭ ਕੇ ਇਹਨਾਂ ਦੀ ਅਸੀਂ ਸੋਹਣੇ ਥਾਂ ਦੇ ਉੱਤੇ ਸ਼ਾਦੀ ਕਰ ਦਿਆਂਗੇ। ਇਹ ਪਰਮੇਸ਼ਰ ਨਿਰੰਕਾਰ ਹੈ, ਉਧਰ ਮਾਤਾ ਸੁਲੱਖਣੀ ਮਾਇਆ, ਮਾਇਆ ਨੇ ਸੰਸਾਰ ਦੇ ਉੱਤੇ ਪਤਨੀ ਰੂਪ ਹੋ ਕੇ ਜਨਮ ਲਿਆ ਹੋਇਆ ਦੂਜੇ ਪਾਸੇ। ਇਹ ਜਿੰਨੀਆਂ ਪਤਨੀਆਂ ਮਹਾਰਾਜ ਦੀਆਂ, ਇਹ ਮਾਇਆ ਨੇ ਜਨਮ ਲਿਆ, ਦੂਜੇ ਪਾਤਸ਼ਾਹ ਦੀ, ਤੀਜੇ, ਚੌਥੇ, ਪੰਜਵੇਂ ਦੀ, ਛੇਵਿਆਂ ਵੇਲੇ
ਮਾਇਆ ਨੇ 3 ਰੂਪ ਧਾਰੇ ਆ। ਇੱਕ ਚੰਡੀ ਰੂਪ ਹੁੰਦਾ ਨਾਲ, ਜਦੋਂ ਜੰਗ ਕਰਨੇ ਉਦੋਂ 3 ਹੁੰਦੇ ਨੇ ਰੂਪ। ਉਹ ਜਿਹੜੇ ਲੋਕੀ ਥੱਲੇ ਥੱਲੇ ਵਿਚਾਰੇ ਜਿਨ੍ਹਾਂ ਦੀ ਮੱਤ ਹੀ ਨਹੀਂ ਹੁੰਦੀ, ਉਹ ਫਿਰ ਹੋਰ ਕੁਝ ਬੋਲਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਰੂਪ ਜੇ 3 10ਵੇਂ ਸਰੂਪ ਵਿੱਚ ਵੀ 3 ਹੀ ਸੀਗੇ, ਕਿਉਂਕਿ ਇਹ 3 ਰੂਪ ਲੈ ਕੇ ਆਉਂਦੇ ਨੇ ਨਾਲ। ਮਾਇਆ 3 ਰੂਪ ਧਾਰ ਕੇ ਆਉਂਦੀ। ਫਿਰ ਇੱਕ ਜੰਗ ਦਾ ਰੂਪ ਹੁੰਦਾ। ਸੋ ਐਸਾ ਰੂਪ ਇੱਕ ਸ੍ਰਿਸ਼ਟੀ ਦੀ ਰਚਨਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਉਹੇ ਰੂਪਾਂ ਨੂੰ ਲਿਆ ਕਰਕੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਤੇ ਮਾਈ 3 ਅਰਥ ਨੇ ਇਹਦੇ। ਪਾਰਵਤੀ ਤੋਂ ਭਾਵ ਚੰਡੀ ਹੁੰਦੀ ਹੈ, ਮਾਂ ਤੋਂ ਭਾਵ ਮਾਇਆ, ਈ ਤੋਂ ਭਾਵ ਸਰਸਤੀ। ਇਹ 3 ਰੂਪ ਇਕੱਠੇ ਹੀ ਲੈ ਕੇ ਆਉਣੇ ਪੈਂਦੇ, ਕਿਉਂਕਿ ਕਵਿਤਾ ਦੀ ਰਚਨਾ ਵੀ ਕਰਨੀ ਸੀ। ਇਸ ਕਰਕੇ ਸਾਰੀਆਂ ਪਰਮਾਤਮਾ ਦੀਆਂ ਸ਼ਕਤੀਆਂ ਜਦੋਂ ਨਾਲ ਪ੍ਰਗਟ ਹੁੰਦੀਆਂ ਨੇ, ਜਿਹੜੇ ਬਹੁਤ ਥੱਲੇ ਪਤਾਲ ਵਿੱਚ ਲੋਕ ਬੈਠੇ ਨੇ, ਜਿਹੜੇ ਵਿਕਾਰਾਂ ਦੇ ਕੀੜੇ ਨੇ, ਗੰਦਗੀ ਦੇ ਕੀੜੇ ਜਿਹੜੇ, ਉਹ ਅਸਮਾਨ 7ਵੇਂ ਦੀ ਕੀ ਗੱਲ ਸਮਝ ਸਕਦੇ ਨੇ। ਇਸ ਕਰਕੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵਿਚਾਰਿਆਂ ਨੂੰ ਵੀ ਅਸੀਂ ਜਿਹੜੇ ਮੂੰਹ ਚੋਂ ਕਬੋਲ ਬੋਲ ਰਹੇ ਹਾਂ 10ਵੇਂ ਪਾਤਸ਼ਾਹ ਲਈ, 6ਵਿਆਂ ਲਈ, ਹੋਰ ਲਈ, ਬਈ ਕਿੰਨੇ ਯੁੱਗ ਫਿਰ ਨਰਕਾਂ ਦੇ ਕੀੜੇ ਬਣਾ ਕੇ ਰੱਖਣਾ। ਦੋਹਰਾ ਹਰਖਿਓ ਕਾਲੂ ਕਹਿਤ ਪੋਨਾ ਹੋਏ ਭਲੀ ਜਹ ਠੌਰ। ਹੁਣ ਦੋਨਾਂ ਨੇ ਮਿਲ ਕੇ ਬਾਬਾ ਜੀ ਨੂੰ, ਬਸ ਬੇਬੇ ਦੇ ਵਿੱਚ ਐਸੀ ਤਾਕਤ ਹੈ, ਕਿਉਂਕਿ ਵਕੀਲਾਂ ਵਾਂਗੂ ਨੇ ਪੁਆਇੰਟ ਨੋਟ ਕਰਕੇ ਦੱਸਤਾ। ਤੁਸੀਂ ਘਰੋਂ ਜਦੋਂ ਤੋਰਿਆ ਸੀ ਕਿਹਾ ਸੀ ਕਮਾਵੇ ਖਵਾਵੇ ਗਵਾਵੇ, ਮੈਨੂੰ ਕੀ, ਜਾ ਮੇਰੇ ਘਰੋਂ ਜਾ ਆਪੇ ਕਮਾ। ਤੇ ਹੁਣ ਜਦ ਉਹ ਕਮਾਉਂਦਾ ਖਵਾਉਂਦਾ ਗਵਾਉਂਦਾ, ਹੁਣ ਤੁਹਾਨੂੰ ਕੀ ਆ? ਹਾਂ ਬਾਬਾ ਜੀ ਕਹਿੰਦੇ ਗੱਲ ਤਾਂ ਠੀਕ ਹੈ, ਤਾਂ ਆਪਣੇ ਹੀ ਕਮਾਉਂਦਾ ਆਪਣੇ ਹੀ ਗਵਾਉਂਦਾ। ਉਧਰੋਂ ਭਾਈਆ ਜੈ ਰਾਮ ਜੀ ਕਹਿਣ ਲੱਗੇ ਹੁਣ ਤੁਸੀਂ ਕਹਿੰਦੇ ਵਿਆਹੇ ਨਹੀਂ ਤਾਂ ਐਂ ਕਰਦੇ, ਤੇ ਅਸੀਂ ਢੂੰਡ ਰਹੇ ਹਾਂ ਅੱਛੇ ਪਰਿਵਾਰ ਦੇ ਵਿੱਚ, ਸੋ ਸੁਸ਼ੀਲ ਕੋਈ ਕੰਨਿਆ ਮਿਲ ਜਾਵੇ। ਇੱਕ ਜੇ ਰਾਮ ਕਰੀਜੀਏ ਖੱਤਰੀ ਹੋਇਆ ਧਨ ਗੌਰ। ਉਸ ਵਕਤ ਬਾਬਾ ਕਲਿਆਣ ਚੰਦ ਜੀ ਖੁਸ਼ ਹੋ ਗਏ। ਅੱਛਾ ਇਹਨਾਂ ਲਈ ਲੱਭ ਰਹੇ ਹੋ, ਬਹੁਤ ਅੱਛੀ ਗੱਲ ਹੈ, ਹੁਣ ਸ਼ਾਦੀ ਹੋ ਜਾਏਗੀ। ਜੈਰਾਮ ਤੂੰ ਦੇਖ ਬਈ ਕੋਈ ਖੱਤਰੀਆਂ ਦੇ ਘਰਾਂ ਦੇ ਵਿੱਚ ਕੋਈ ਅੱਛਾ ਪਰਿਵਾਰ ਲੱਭ ਕੇ, ਬਹੁਤੇ ਪੈਸੇ ਵਾਲਾ ਦੇਖੀ, ਫਿਰ ਉੱਥੇ ਗੱਲ ਪੈਸੇ ਦੀ। ਮਤਲਬ ਕਿ ਮਾਇਆ ਧਾਰੀ ਇਹਨੂੰ ਕਹਿੰਦੇ, ਮਨ ਦੇ ਅੰਦਰ ਮਾਇਆ ਬੜੀ ਹੋਈ। ਚੰਗੇ ਪੈਸੇ ਵਾਲਾ ਦੇਖੀ, ਇਹਨੇ ਮੈਨੂੰ ਪਤਾ ਕਮਾਉਣਾ ਨਹੀਂ, ਇਹ ਕਮਾਊਗਾ ਕਿੱਥੋਂ, ਖਵਾਊ। ਗੱਲ ਤੇ ਵੀ ਕਹਿੰਦੇ ਜੇ ਦੋਨੋਂ ਜਾਣੇ ਹੋ ਗਏ ਵਿਆਹ ਤੋਂ ਬਾਅਦ, ਫਿਰ ਇੱਕ ਅੱਧਾ ਬਾਲਕ ਹੋ ਗਿਆ, 2 ਹੋ ਗਏ, ਉੱਥੇ ਨਾ ਬੈਠਣ ਕਿਤੇ ਰਾਏ ਭੋਜ ਦੀ ਤਲਵੰਡੀ, ਫਿਰ ਮੇਰੇ ਪੈਸੇ ਖਾਣਗੇ ਆ ਕੇ। ਇਸ ਕਰਕੇ ਉਹ ਘਰ ਹੀ ਹੈ ਲੱਭੀ, ਜਿੰਨਾ ਮਰਜੀ ਗਵਾਵੇ ਖਵਾਵੇ ਲੁਟਾਵੇ, ਮੇਰੇ ਤੋਂ ਨਾ ਆ ਕੇ ਮੰਗਣ ਕਰੇ ਵੀ। ਕਬਿਤ ਭਾਖਤ ਜੈ ਰਾਮ ਚੋਣਾ ਗੋਤ ਮੂਲਾ ਨਾਮ ਤੇ ਤਨ ਜਾਹੇ ਧਾਮ ਸੋ ਰੰਧਾਵੇ ਪਟਵਾਰੀਆ। ਲਓ ਜੀ ਐ ਮਾੜਾ ਘਰ ਨਹੀਂ ਲੱਭਿਆ ਹੈ, ਇਹ ਰੰਧਾਵਿਆਂ ਦਾ ਪਟਵਾਰੀ ਆ ਉਧਰਲਾ। ਫਿਰ ਕਿਤੇ ਕਹੋ ਚੋਣਾ ਗੋਤ ਮੂਲਾ ਨਾਮ, ਮੂਲ ਚੰਦ ਜੀ ਪੂਰਾ ਨਾਮ ਹੈ, ਉਹਨਾਂ ਦੀ ਪੁੱਤਰੀ ਹੈ। ਭਾਈਆ ਜੈ ਰਾਮ ਨੇ ਉਹ ਦੱਸਿਆ ਬਰਾਬਰ ਦਾ ਘਰ ਲੱਭਿਆ, ਉਹ ਰੰਧਾਵੇ ਹੋਣੇ ਵੀ ਪਟਵਾਰੀ ਨੇ। ਇਸ ਕਰਕੇ ਉਹ ਥਾਂ ਦੇ ਉੱਤੇ ਇਹਨਾਂ ਦਾ ਅਸੀਂ ਲੱਭ ਰਹੇ ਹਾਂ ਰਿਸ਼ਤਾ। ਭਲੇ ਹੈ ਠਿਕਾਨੋ ਚਾਹੇ ਕੀਨ ਮੈਂ ਖਜ਼ਾਨੋ, ਜਾਨੋ ਹੋਤ ਸਨ ਬੰਧ ਸੁਖ ਸਾਨੋ ਸੋ ਨਿਹਾਰੀਆ। ਹੁਣ ਕਹਿੰਦੇ ਨੇ ਮੈਂ ਬਹੁਤ ਅੱਛੇ ਤਰੀਕੇ ਨਾਲ, ਬਹੁਤ ਚਾਹ ਕਰਕੇ, ਇੱਛਾ ਕਰਕੇ ਭਾਲ ਕੀਤੀ ਹੈ। ਇਹ ਜਾਣ ਪੈਂਦਾ ਵੀ ਇਹ ਸੰਬੰਧ ਸੁਖਦਾਇਕ ਹੀ ਹੋਵੇਗਾ। ਸੋ ਸਾਨੋ ਸੋ ਨਿਹਾਰੀਆ, ਕਿਉਂਕਿ ਉਹ ਜਿਹੜਾ ਹੈ ਨਾ ਸੁਖ ਸਮੇਤ ਵੇਖਿਆ, ਆਪਣੇ ਬਰਾਬਰ ਦੇ ਨੇ, ਕਮਾਈ ਵੀ ਚੰਗੀ ਹੈ, ਸਭ ਕੁਝ ਠੀਕ ਹੈ। ਮੋਰ ਤੋਰ ਏਕ ਲਾਜ ਜਾਣੈ ਜੈਸੇ ਕਰੋ ਕਾਜ, ਆਪ ਤੂੰ ਸਿਆਨੋ ਬੈਨੂ ਕਾਲੂ ਹੋ ਉਚਾਰੀਆ। ਬਾਬਾ ਕਲਿਆਣ ਚੰਦ ਜੀ ਨੇ ਕਿਹਾ ਸੋ ਇਹ ਵੱਡੀ ਪੁੱਤਰੀ ਹੈ ਮੇਰੀ ਬੇਬੇ ਨਾਨਕੀ। ਹੁਣ ਜਵਾਈ ਨਹੀਂ ਸਾਰਾ ਕੁਝ ਸਾਹਮਣਾ, ਤੂੰ ਵੱਡਾ ਪੁੱਤ ਹੈ ਮੇਰਾ, ਬਸ ਇਹ ਮੇਰਾ ਪੁੱਤ ਬਣ ਕੇ ਨਾ ਤੇਰੀ ਮੇਰੀ ਲਾਜ ਇੱਕ ਹੈ। ਜਾਣੇ ਜੈਸੇ ਕਰੋ ਕਾਜ, ਜਿਵੇਂ ਚੰਗਾ ਕੰਮ ਤੂੰ ਕਰ, ਆਪ ਤੂੰ ਸਿਆਣਾ ਹੈ। ਇਸ ਕਰਕੇ ਬਈ ਹੁਣ ਤਾਂ ਤੇਰੇ ਤੇ ਛੱਡਤੀ, ਮੇਰੇ ਪੁੱਤ ਤੂੰ ਹੀ ਕਰ ਕੰਮ ਇਹ। ਜੈਸੇ ਸੁਖ ਤਨਿਆ ਕੋ ਸੀਤਲ ਸੋ ਨੈਣ ਮੇਰੇ, ਤੈਸੇ ਪਿਖੋ ਨਾਨਕ ਕੋ ਲਾਲਸਾ ਹਮਾਰੀਆ। ਹੁਣ ਮੇਰੀ ਪੁੱਤਰੀ ਦੇਖਦਾ ਕਿੰਨੇ ਸੁਖ ਦੇ ਨਾਲ ਬਸ ਰਹੀ ਹੈ, ਇੱਥੇ ਮੌਜਾਂ ਕਰਦੀ ਹੈ। ਔਰ ਪੁੱਤਰ ਵੱਲੋਂ ਥੋੜਾ ਮੈਂ ਦੁਖੀ ਹਾਂ, ਤੂੰ ਐਸਾ ਕਰਕੇ ਮੇਰੇ ਪੁੱਤਰ ਨੂੰ ਨਾ
ਅੱਛਾ ਜਿਹਾ ਘਰ ਲੱਭ ਕੇ ਦੇ, ਤਾਂ ਕਿ ਜਿਵੇਂ ਬੇਬੇ ਨਾਨਕੀ ਸੁਖੀ ਬੈਠੀ ਆ, ਮੇਰਾ ਪੁੱਤ ਨਾਨਕ ਵੀ ਬਹੁਤ ਸੁਖ ਦੇ ਨਾਲ ਬੈਠੇ। ਦੋਹਰਾ ਤੁਮ ਕਾਲੂ ਮਮ ਪਿਤਾ ਸਮ ਰਹੋ ਇਹਾ ਕਰ ਧਾਮ। ਸੋ ਤੁਸੀਂ ਮੇਰੇ ਪਿਤਾ ਦੇ ਸਮਾਨ ਹੋ, ਇੱਥੇ ਹੀ ਰਹੋ ਤਾਂ ਮੇਰੇ ਕੋਲੇ। ਤੁਸੀਂ ਉੱਥੇ ਕੀ ਲੈਣਾ ਜਦੋਂ ਇੱਥੇ ਨੇ ਤੁਹਾਡੇ, ਬੇਟੀ ਇੱਥੇ ਆ, ਬੇਟਾ ਇੱਥੇ ਆ, ਸਭਕਾਂ ਨਾਲ ਇਹਨਾਂ ਨੂੰ ਵੀ ਲੈ ਕੇ ਆਓ, ਮਾਤਾ ਜੀ ਨੂੰ ਵੀ। ਨਾਨਕ ਜਨਨੀ ਆਨ ਹੋ ਭਾਖੈ ਬੈਨ ਜੈ ਰਾਮ। ਤੁਸੀਂ ਇੱਥੇ ਰਹੋ ਪਿਤਾ ਜੀ, ਔਰ ਮੈਂ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਨੂੰ ਵੀ ਇੱਥੇ ਲਿਆਉਣਾ। ਤੁਸੀਂ ਉੱਥੇ ਬੈਠੇ ਤੜਫਦੇ ਹੋ, ਇਹ ਇੱਥੇ ਬੈਠੇ ਨੇ। ਮਾਤਾ ਜੀ ਵੀ ਇੱਥੇ ਸਾਡੇ ਕੋਲ ਰਿਹਾ ਕਰਨਗੇ, ਤੁਸੀਂ ਵੀ ਰਿਹਾ ਕਰੋ, ਅਸੀਂ ਤੁਹਾਡੀ ਸੇਵਾ ਕਰਾਂਗੇ ਜੀ। ਕਬਿਤ ਕਾਲੂ ਭਾਨੇ ਬੈਨ ਬਹੁ ਕਾਲ ਕੋ ਹੈ ਐਨ ਮੇਰ ਕੋ ਦੁਖ ਹੈ ਨਾ ਸੁਖ ਚੈਨ ਸੋ ਬਸ ਤੁਹਾਂ। ਬਾਬਾ ਕਲਿਆਣ ਕਾਂਤ ਚੰਦ ਜੀ ਕਹਿਣ ਲੱਗੇ, ਬੜੇ ਸਮੇਂ ਦਾ ਮੇਰਾ ਦੇਖੋ ਤੇ ਘਰ ਬਣਾਇਆ ਹੋਇਆ, ਘਰ ਨਾਲ ਵੀ ਬੜਾ ਮੋਹ ਹੈ। ਆਪ ਬਣਾਇਆ, ਇੱਕ ਇੱਕ ਇੱਟ ਲਾਈ, ਸਮਾਰ ਕੇ ਘਰ ਬਣਾਇਆ ਹੋਇਆ। ਮੈਨੂੰ ਕੋਈ ਤਕਲੀਫ ਥੋੜੀ, ਉੱਥੇ ਦੁੱਖ ਥੋੜੀ ਆ। ਮੈਂ ਤੇ ਸੁਖ ਦੇ ਨਾਲ, ਚੈਨ ਦੇ ਨਾਲ ਉਸ ਘਰ ਦੇ ਵਿੱਚ ਬੈਠਾ ਹਾਂ। ਕਾਰ ਪਟਵਾਰੀ ਤਾਂ ਦੀਨੀ ਰਾਏ ਸਾਰੀ ਮਮ ਲੋਕ ਅਨਸਾਰੀ ਪੁਮ ਕੈਸੇ ਨਾ ਤਜ ਤੁਹਾਂ। ਹੁਣ ਪਟਵਾਰੀ ਦਾ ਜਿੰਨਾ ਕੰਮ ਹੈ ਰਾਏ ਜੀ ਨੇ ਸਾਰਾ ਮੈਨੂੰ ਦਿੱਤਾ ਇਲਾਕੇ ਦਾ। ਲੋਕ ਮੇਰੇ ਅਨੁਸਾਰੀ ਹੋ ਕੇ ਚੱਲਦੇ ਨੇ, ਫਿਰ ਮੈਂ ਉਹ ਕਿਉਂ ਛੱਡਾਂ? ਉਹ ਘਰ ਬਾਰ, ਇੱਜ਼ਤ ਮਾਣ ਸਤਿਕਾਰ ਉੱਥੇ ਮੇਰਾ ਬਣਿਆ ਹੋਇਆ, ਇਸ ਕਰਕੇ ਮੈਂ ਉਹ ਨਹੀਂ ਛੱਡ ਸਕਦਾ। ਹੋਏ ਜੇ ਸਗਾਰੀ ਲਿਓ ਸਪਦ ਬੁਲਾਈ ਮੋਹ ਕੀਜੈ ਨਾ ਬਿਲੰਬ ਤੋਹੇ ਔਰ ਹੋ ਕਹੇ ਤੁਹਾਂ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਦੋਂ ਸਗਾਈ ਹੋਣੀ ਹੋਈ, ਮੈਨੂੰ ਸਪਦ ਤੋਂ ਭਾਵ ਛੇਤੀ ਨਾਲ ਬੁਲਾ ਲੈਣਾ, ਦੇਰ ਨਾ ਕਰਿਓ। ਇਹ ਗੱਲ ਮੈਂ ਤੈਨੂੰ ਪਹਿਲਾਂ ਕਹਿਤੀ, ਸਗਾਈ ਵੇਲੇ ਮੈਨੂੰ ਇੱਥੇ ਸੱਦ ਲੈਣਾ ਕਰਿਓ। ਰਾਖੋ ਰਖਵਾਰੀ ਸੁਤ ਕਰੈ ਨਾ ਖੁਆਰੀ ਧਨ ਦੀਜੈ ਮਤ ਆਪ ਤਾਂ ਕੀ ਚਿੰਤਾ ਮੈਂ ਰਹਿ ਤੁਹਾਂ। ਮੈਂ ਇਹ ਚਿੰਤਾ 'ਚ ਰਹਿਣਾ ਕਿ ਤੁਸੀਂ ਇਹਨੂੰ ਮਤ ਦਿੰਦੇ ਰਹੋ ਬਸ, ਕਿ ਮੇਰਾ ਪੁੱਤਰ ਪੈਸਾ ਨਾ ਗਵਾਵੇ। ਇਹ ਗੱਲ ਦਾ ਤੁਸੀਂ ਬਸ ਧਿਆਨ ਰੱਖਣਾ, ਮੈਨੂੰ ਹੋਰ ਨਹੀਂ ਜ਼ਿਆਦੇ ਕੋਈ। ਕਿਉਂਕਿ ਹੁਣ ਇਹ ਜਦੋਂ ਰਾਖੋ ਰਖਵਾਰੀ ਸੁਤ ਕਰੈ ਨਾ ਖੁਆਰੀ ਧਨ, ਪੈਸਾ ਨਾ ਖਰਾਬ ਕਰਨ। ਨਾਨਕੀ ਭਨਤ ਸੁਨ ਬੈਨ ਮੇ ਜਨਕ ਤੁਮ ਭਾਖਤ ਸਦੀਵ ਧਨ ਖੋਤ ਨਿਤ ਮੋਰੀਆ। ਬੇਬੇ ਨਾਨਕ ਜੀ ਥੋੜੇ ਜਿਹੇ ਹੁਣ ਫਿਰ ਗਰਮ ਜੇ ਲਹਿਜੇ 'ਚ ਬੋਲ ਪਏ। ਹੁਣ ਪਿਤਾ ਜੀ ਸੁਣੋ, ਤੁਸੀਂ ਪਿੰਡ ਵੀ ਇਹੀ ਗੱਲਾਂ ਕਰਦੇ ਸੀ, ਇੱਥੇ ਵੀ ਆ ਕੇ ਤੁਹਾਡਾ ਬਸ ਇਹੀ ਹੁੰਦਾ, ਹਾਏ ਮੇਰਾ ਪੈਸਾ ਖੋ ਗਿਆ, ਹਾਏ ਮੇਰਾ ਪੈਸਾ ਖੋ ਗਿਆ। ਮੇਰੇ ਵੀਰ ਨੂੰ ਤੁਸੀਂ ਸਦਾ ਹੀ ਤੰਗ ਕਰਦੇ ਹੋ, ਆ ਕਰਕੇ ਕਦੇ ਨਹੀਂ ਸੁੱਖ ਦੀ ਗੱਲ ਪੁੱਛੀ ਵੀ ਤੇਰਾ ਕੀ ਹਾਲ ਹੈ, ਕੋਈ ਦੁਖਦਾ ਤਾਂ ਨਹੀਂ, ਜਾਂ ਕੋਈ ਆਹ ਗੱਲ ਉਹ ਗੱਲ, ਕੋਈ ਉੱਥੋਂ ਕੁਝ ਲਿਆਏ ਹੋ ਇਹਦੇ ਵਾਸਤੇ। ਬਸ ਐਵੇਂ ਨਿਆਣੇ ਨੂੰ ਤੰਗ ਕਰੀ ਜਾਣਾ ਤੁਹਾਡੀ ਆਦਤ ਹੈ। ਆਪਣੀ ਕਰਤ ਕ੍ਰਿਤ ਖੋਏ ਕਿਦੋਂ ਰਾਖੈ ਬਿਤ ਰਹੀਏ ਨਚਿੰਤ ਚਿਤ ਲੇਤ ਨਹਿ ਤੋਰੀਆ। ਤੁਹਾਡਾ ਤਾਂ ਨਹੀਂ ਵਿਗਾੜਦਾ ਕੁਛ, ਆਪਣਾ ਕਮਾਉਂਦਾ ਖਾਂਦਾ ਬਣਦਾ ਚੰਗੇ ਕੰਮ ਹੀ ਕਰਦਾ। ਇਸ ਕਰਕੇ ਤੁਸੀਂ ਬਹੁਤੀਆਂ ਨਾ ਸਿੱਖਿਆਵਾਂ ਇੱਥੇ ਦਿਆ ਕਰੋ ਆ ਕੇ। ਨਾਲੇ ਮੇਰਾ ਸਹੁਰਾ ਘਰ ਹੈ, ਕੀ ਕਹਿਣਗੇ ਇਹ ਵੀ ਤੇਰੇ ਪਿਤਾ ਜੀ ਤਾਂ ਬਸ ਮਾਇਆ ਦੇ ਕੀੜੇ ਬਣੇ ਹੋਏ ਨੇ ਔਰ ਤੇਰੇ ਵੀਰ ਨੂੰ ਘੂਰਦੇ ਰਹਿੰਦੇ ਨੇ। ਇਉਂ ਮੇਰੀ ਵੀ ਇੱਜ਼ਤ ਖਰਾਬ ਹੁੰਦੀ ਹੈ, ਲੋਕਾਂ 'ਚ ਦੰਦ ਕਥਾ ਸ਼ੁਰੂ ਹੋ ਜਾਏਗੀ। ਭੂਖੇ ਕੋ ਅਸਨ ਪੁਨ ਬਸਨ ਨਗਨ ਦਾਨੀ ਪੁਨ ਵਾਨ ਰੂਪ ਕਰ ਜਾਰੀ ਨਹਿ ਚੋਰੀਆ। ਕੋਈ ਚੋਰੀ ਕਰਦਾ ਮੇਰਾ ਵੀਰ, ਕੋਈ ਜਾਰੀ ਕਰਦਾ। ਹੋਰ ਗਰਮ ਹੋ ਗਈ ਹੁਣ ਬੇਬੇ ਗੁੱਸੇ 'ਚ ਆ ਕੇ। ਮੇਰਾ ਵੀਰ ਭੁੱਖੇ ਨੂੰ ਰੋਟੀ ਦਿੰਦਾ, ਮੇਰਾ ਵੀਰ ਨੰਗੇ ਨੂੰ ਕੱਪੜਾ ਦਿੰਦਾ, ਮੇਰਾ ਵੀਰ ਦਾਨੀ ਹੈ, ਪੁੰਨਵਾਨ ਰੂਪ ਹੈ, ਕੋਈ ਮਾੜਾ ਕੰਮ ਨਹੀਂ ਕਰਦਾ। ਕਰੈ ਜੇ ਕੋ ਕਰਮ ਨਿਵਾਰਨ ਧਰਮ ਤਾਂ ਕੋ ਲਗੈ, ਜੇ ਸੋ ਕਰਮ ਧਰਮ ਤਾਹੇ ਹੇਰੀਆ। ਸੋ ਇਸ ਕਰਕੇ ਹੈ, ਜਿਹੜਾ ਬੰਦਾ ਕੋਈ ਅਧਰਮ ਦਾ ਕੰਮ ਕਰਦਾ ਹੋਵੇ, ਮਾੜਾ ਕੰਮ ਕਰਦਾ ਹੋਵੇ, ਕੋਈ ਕਰਮ ਕਰਦਾ ਹੋਵੇ, ਉਹਨੂੰ ਹਟਾਉਣ ਦਾ ਧਰਮ ਹੈ ਸਾਡਾ। ਜੇ ਮਾੜੇ ਪਾਸੇ ਜਾਂਦੇ ਹੋਣ, ਜਿਹੜਾ ਬੰਦਾ ਸੁਕਰਮ ਕਰਦਾ, ਅਧਰਮ ਨਹੀਂ ਕਰਦਾ, ਫਿਰ ਉਹਨੂੰ ਕਾਹਦੇ ਲਈ ਰੋਕਣਾ ਹੈ? ਤੁਸੀਂ ਕਦੇ ਦਾਨ ਪੁੰਨ ਕੀਤਾ, ਕੋਈ ਚੱਜ ਦਾ ਕੰਮ ਕੀਤਾ ਜ਼ਿੰਦਗੀ 'ਚ? ਮੇਰਾ ਵੀਰ ਤਾਂ ਜਿਉਂ ਜਨਮ ਲਿਆ ਕਿੰਨਾ ਦਾਨ ਪੁੰਨ, ਵੇਦਾਂ ਸ਼ਾਸਤਰਾਂ 'ਚ ਕੀ ਲਿਖਿਆ ਹੋਇਆ ਕਿ ਬੰਦਾ ਦਾਨੀ ਪੁੰਨੀ ਬੰਦਾ। ਬੜੇ ਬੜੇ ਰਾਜੇ ਮਹਾਰਾਜੇ ਹਰੀਸ਼ ਚੰਦਰ ਵਰਗੇ ਹੋਏ, ਕਈ ਉਦਾਹਰਨਾਂ ਦੇਤੀਆਂ ਹੋਣੀਆਂ।
ਤੇ ਇੰਨਾ ਦਾਨ ਪੁੰਨ ਐਵੇਂ ਥੋੜੀ ਲਿਖਿਆ ਹੋਇਆ। ਮੇਰਾ ਵੀਰ ਕੋਈ ਮਾੜਾ ਕੰਮ ਨਹੀਂ ਕਰਦਾ। ਦੋਦਕ ਛੰਦ ਜਾਨਹੁ ਤਾਤ ਇਹ ਗਤ ਭ੍ਰਤ ਹੈ, ਦੇਤ ਫਕੀਰ ਖਵਾਏ ਜਹਾਂ ਤਹਿ। ਹੁਣ ਦੇਖੋ ਪਿਤਾ ਜੀ, ਇਹ ਮੇਰੇ ਭਰਾ ਦੀ ਅਵਸਥਾ ਹੈ। ਜਿੱਥੇ ਕੋਈ ਫਕੀਰ ਬੈਠਾ ਰੱਬ ਦੀ ਭਗਤੀ ਕਰਦਾ, ਉਹਨੂੰ ਰੋਟੀ ਖਵਾਉਣੀ ਹੈ, ਕੱਪੜਾ ਦੇਣਾ, ਕੀ ਉਹਦਾ ਫਾਇਦਾ ਨਹੀਂ ਹੁੰਦਾ? ਜਿਹੜਾ ਉਹ ਕਮਾਈ ਕਰਦਾ, ਭਗਤੀ ਕਰਦਾ, ਉਹਦੀ ਕਮਾਈ ਦਾ 10ਵਾਂ ਹਿੱਸਾ ਨਹੀਂ ਮਿਲਦਾ ਆਪਾਂ ਨੂੰ? ਆਪਾਂ ਤਾਂ ਪ੍ਰਮਾਤਮਾ ਦਾ ਨਾਮ ਜਪ ਨਹੀਂ ਸਕਦੇ। ਜਪਣ ਵਾਲੇ ਨੂੰ ਜੇ ਕੱਪੜਾ ਲੀੜਾ ਰੋਟੀ ਦੇ ਦਈਏ, ਕੁਛ ਤਾਂ ਫਾਇਦਾ ਹੋ ਹੀ ਜਾਂਦਾ ਹੈ। ਲੋਭ ਨਹੀਂ ਤੇ ਕੋਏ ਔਰ ਅੰਤਰ, ਜਾਣ ਬਿਖੈ ਮਤ ਜਾਣ ਨਿਰੰਤਰ। ਫਿਰ ਤੁਸੀਂ ਦੇਖੋ ਮੇਰੇ ਵੀਰ ਦੇ ਮਨ 'ਚ ਕੋਈ ਲੋਭ ਨਹੀਂ ਹੈ। ਜਿਨ੍ਹਾਂ ਦੀ ਮੱਤ ਭਿੱਜੀ ਹੋਈ ਹੈ ਇੱਕ ਰਸ ਦਾਨ ਦੇਣ ਦੇ ਵਿੱਚ, ਕਿ ਗਰੀਬਾਂ ਦੀ ਮਦਦ ਕਰਨੀ ਹੈ। ਦੌਲਤ ਖਾਨ ਰਿਪਤੇ ਡਰ ਆਵਹਿ, ਲੇਖ ਹੈ ਮੈਂ ਧਨ ਨਾ ਘਟ ਜਾਵਹਿ। ਦੌਲਤ ਖਾਂ ਰਾਜੇ ਤੋਂ ਡਰ ਲੱਗਦਾ, ਕਿਤੇ ਲੇਖਾ ਪੱਤਾ ਹੋ ਗਿਆ, ਹਿਸਾਬ ਕਿਤਾਬ, ਪੈਸਾ ਨਾ ਘਟ ਜਾਵੇ। ਜਾਂਚ ਕਪੀਰ ਵੱਡੀ ਨਿਤ ਹੋਵਹਿ, ਭਾਗਤ ਲੋਕ ਸਭ ਇਹ ਖੋਵਹਿ। ਸੋ ਕਹਿਣ ਲੱਗੇ ਦੇਖੋ ਇਉਂ ਮੈਨੂੰ ਡਰ ਇਸ ਗੱਲ ਦਾ ਕਿ ਜਿਹੜੇ ਮੰਗਤੇ ਆਉਂਦੇ ਨੇ, ਵੱਡੀਆਂ ਲਾਈਨਾਂ ਲੱਗਦੀਆਂ ਨੇ, ਲੋਕ ਵੀ ਕਹਿੰਦੇ ਨੇ ਤਾਂ ਗਵਾ ਰਿਹਾ। ਜੇ ਘਟ ਗਿਆ ਨਾ ਪੈਸਾ, ਬਾਬਾ ਜੀ ਕਹਿਣ ਲੱਗੇ ਉਹ ਤਲਵੰਡੀ ਤੱਕ ਮੇਰੀ ਬਦਨਾਮੀ ਹੋ ਜਾਣੀ। ਮੈਂ ਐਡਾ ਵੱਡਾ ਪਟਵਾਰੀ, ਉਦੋਂ ਪਟਵਾਰੀ ਵੀ ਬਹੁਤ ਵੱਡਾ ਹੁੰਦਾ ਸੀ। ਸੋ ਇਸ ਕਰਕੇ ਸਾਰੇ ਇਲਾਕੇ 'ਚ ਮੇਰਾ ਮਾਣ ਤਾਣ ਬਣਿਆ ਹੋਇਆ, ਮੇਰੀ ਇੱਜ਼ਤ ਖਰਾਬ ਨਾ ਕਰਾ ਦੇਵੇ ਕਿਤੇ। ਸ਼ਸ਼ ਬਦਨਾ ਛੰਦ ਜਬ ਕਰ ਲੇਖਾ, ਬਦਹਿ ਵਸੇਖਾ ਨਹਿ ਘਟ ਜਾਈ, ਭਲ ਪਤ ਆਈ। ਸੋ ਕਹਿੰਦੇ ਜਦੋਂ ਫਿਰ ਹੁਣ ਇੱਜ਼ਤ ਦੀ ਗੱਲ ਹੈ, ਜਬ ਕਰ ਲੇਖਾ, ਜਦੋਂ ਲੇਖਾ ਕਰਦੇ ਨੇ, ਵਧਤ ਵਿਸ਼ੇਖਾ, ਫਿਰ ਬਹੁਤ ਜ਼ਿਆਦਾ ਵੱਧ ਜਾਂਦਾ। ਨਹਿ ਘਟ ਜਾਈ, ਘਟਦਾ ਨਹੀਂ ਹੈ। ਭਲ ਪਤ ਆਈ, ਕਹਿੰਦੇ ਹਮੇਸ਼ਾ ਇੱਜ਼ਤ ਬਣੀ ਹੋਈ ਆ, ਕਦੇ ਗਵਾਈ ਨਹੀਂ ਇਹਨਾਂ ਨੇ। ਇਹ ਕਰ ਤਾਰਾ ਧਾਰੇ ਅਵਤਾਰਾ, ਭਵ ਭਵ ਮਾਹੀ ਨਰ ਤਨ ਨਾਹੀ। ਇਹ ਕਰਤਾਰ ਆਪ ਆਇਆ, ਅਵਤਾਰ ਧਾਰ ਕੇ ਜਨਮ ਸੰਸਾਰ ਵਿੱਚ ਕਰਤਾਰ ਨੇ ਭਾਵ ਅਵਤਾਰ ਧਾਰਿਆ ਹੈ ਆ ਕਰਕੇ, ਨਰ ਤਨ ਨਾਹੀ। ਮਨੁੱਖਾਂ ਵਾਲਾ ਸਰੀਰ ਨਾ ਜਾਣੇ, ਦੇਖਣ ਨੂੰ ਠੀਕ ਹੈ, ਮਨੁੱਖਾਂ ਵਾਲਾ ਸਰੀਰ ਲੱਗਦਾ ਹੈ। ਕਰਤਾਰ ਨੇ ਇਹ ਰੂਪ ਬਣਾ ਕੇ ਦੁਨੀਆ ਦਾ ਭਲਾ ਕਰਨ ਲਈ ਸੰਸਾਰ ਦੇ ਅੰਦਰ ਅਵਤਾਰ ਧਾਰਿਆ ਹੈ। ਐਵ ਸਨ ਕਾਲੂ ਕਹਿ ਸੁਖ ਭਾਲੂ, ਅਬ ਕਰ ਲੇਖਾ ਬਦਤ ਜੇ ਦੇਖਾ। ਇਉਂ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਜਿਹੜੇ ਕਹਿੰਦੇ ਸੁਖ ਭਾਲੂ, ਭਲਾ ਸੁਖ ਮੰਗਦੇ ਨੇ, ਕਹਿੰਦੇ ਅਬ ਕਰ ਲੇਖਾ ਬਦਤ ਜੇ ਦੇਖਾ। ਕਹਿੰਦੇ ਹੁਣ ਲੇਖਾ ਕਰੋ ਤਾਂ ਦੇਖਾਂ ਵੱਧਦਾ ਕਿ ਨਹੀਂ ਵੱਧਦਾ। ਮੇਰੇ ਹਿਸਾਬ ਨਾਲ ਤਾਂ ਘਾਟਾ ਹੀ ਪੈਣਾ ਹੈ। ਮਮ ਕਹਿ ਮਾਨੋ ਮਨ ਪਹਿਚਾਨੋ, ਕਰਹੁ ਉਪਾਈ ਦਰ ਬਖਸ਼ਾਈ। ਕਹਿੰਦੇ ਮੇਰਾ ਕਿਹਾ ਮੰਨ ਲਓ, ਮਨ 'ਚ ਇਹ ਗੱਲ ਜਾਣ ਲਓ। ਇਉਂ ਕਰ ਲਓ ਇੱਕ ਹੋਰ ਗੱਲ, ਜਿਹੜੇ ਪੈਸੇ ਕਮਾਉਂਦਾ ਨਾ, ਇਹਦੀ ਜੇਬ 'ਚੋਂ ਕੱਢ ਲਿਆ ਕਰੋ, ਬਸ ਲੁਕੋ ਕੇ ਰੱਖ ਲੈ, ਇਹਨੂੰ ਕਿਹੜਾ ਪਤਾ ਲੱਗਣਾ। ਪੈਸੇ ਇੱਕ ਪਾਸੇ ਰੱਖ ਲੈ, ਇਹਦੇ ਨਾਲ ਪੈਸਾ ਵੱਧ ਜਾਏਗਾ ਆਪਣੇ ਕੋਲੇ। ਜਦੋਂ ਹਿਸਾਬ ਕਿਤਾਬ 'ਚ ਕੱਟਣਗੇ ਪੂਰੇ ਤਾਂ ਕਰ ਦਿਆਂਗੇ, ਇੱਜ਼ਤ ਨਾ ਖਰਾਬ ਹੋਵੇਗੀ ਆਪਣੀ। ਕੱਖ ਲੱਖ ਜਾ ਕੇ ਇੱਕ ਸਮਤਾ ਕੇ, ਅਸ ਵਿਦ ਕੀਜੈ ਧਨ ਜਿਵ ਲੀਜੈ। ਇਹਨਾਂ ਨੂੰ ਤਾਂ ਕੱਖ ਵੀ ਉਹੀ ਹੈ, ਲੱਖ ਵੀ ਉਹੀ ਹੈ। ਇਹਨਾਂ ਨੂੰ ਤਾਂ ਸਾਰਾ ਕੋਈ ਅਵਸਥਾ ਤਾਂ ਸਹੀ ਦੱਸ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਦੀ ਅਵਸਥਾ ਤਾਂ ਬਿਲਕੁਲ ਸਹੀ ਹੈ। ਕੱਖ ਲੱਖ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ। ਇਸ ਤਰੀਕੇ ਨਾਲ ਕਹਿੰਦੇ ਯੁਕਤੀ ਕਰ ਲਓ। ਧਨ ਜਿਵੇਂ ਆਪਾਂ ਇਹਨਾਂ ਤੋਂ ਹੁਣ ਹੋਰ ਤਾਂ ਕੋਈ ਤਰੀਕੇ ਨਾਲ ਇਹਨਾਂ ਦੇਣਾ ਨਹੀਂ, ਇਹਨਾਂ ਦਾ ਖਿਸਕਾ ਲਿਆ ਕਰੋ। ਪੈਸਾ ਖਿਸਕਾ ਕੇ ਇਹਨਾਂ ਲਈ ਜਮ੍ਹਾਂ ਕਰ ਲਓ, ਵਿਆਹ ਤੇ ਖਰਚਾਂਗੇ, ਬਾਅਦ 'ਚ ਕੰਮ ਆਊਗਾ। ਕਿਉਂ ਇਸ ਤਰੀਕੇ ਨਾਲ ਇਹ ਸਧਾਰਨ ਮਨੁੱਖ ਦੀ ਅਵਸਥਾ ਕਥਨ ਕੀਤੀ ਹੈ। ਇਹ ਗੁਰੂ ਘਰ 'ਚ ਵੀ ਸਧਾਰਨ ਮਨੁੱਖ ਨੇ ਇਸ ਵਕਤ, ਉਹ ਵੀ ਕਹਿੰਦੇ ਨੇ ਘਟ ਨਾ ਜਾਵੇ, ਐ ਨਾ ਹੋ ਜਾਵੇ, ਪੈਸਾ ਕਿੱਥੋਂ ਆਊਗਾ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੀ ਨਹੀਂਗਾ ਵੀ ਪੈਸਾ ਆਊਗਾ ਕਿੱਥੋਂ। ਤਿੰਨਾਂ ਲੋਕਾਂ ਦਾ ਮਾਲਕ, ਖੱਬੇ ਪਾਸੇ ਲక్ష్ਮੀ ਹਰ ਟਾਈਮ ਖੜਦੀ ਮਹਾਰਾਜ ਦੇ, ਉਹ ਨਹੀਂ ਯਕੀਨ ਹੈਗਾ। ਹਰਿਮੰਦਰ ਸਾਹਿਬ ਦੇ ਵਿੱਚ ਹਰ ਟਾਈਮ ਹਾਜ਼ਰ ਰਹਿੰਦੀ ਆ, ਤਿੰਨੇ ਦੇਵਤੇ ਹਾਜ਼ਰ ਰਹਿੰਦੇ ਨੇ, 33 ਕਰੋੜ ਦੇਵਤਾ ਹਾਜ਼ਰ ਰਹਿੰਦਾ। ਉਹ ਹਰੀ ਦਾ ਮੰਦਰ ਹੈ, ਕਿਸੇ ਬੰਦੇ ਦਾ ਨਹੀਂ, ਅਕਾਲ ਪੁਰਖ ਦਾ ਥਾਂ ਹੈ ਉਹ। ਫਿਰ ਇਸ ਕਰਕੇ ਇੰਨਾ ਯਕੀਨ ਹੁਣ ਕਿੱਥੋਂ ਲਿਆਉਣ। ਗੁਰੂ ਗ੍ਰੰਥ ਸਾਹਿਬ ਚਾਉਣ ਤਾਂ ਢੇਰ ਲਾ ਦੇਣ, ਸੰਭਾਲਿਆ ਨਾ ਜਾਵੇ
ਪਰ ਮਹਾਰਾਜ ਕਹਿੰਦੇ ਨਹੀਂ, ਕਿਰਤ ਬਿਰਤ ਗੁਰਸਿੱਖਾਂ ਦੀ ਦਸਵੰਧ ਲਿਆਓ ਇਕੱਠਾ ਕਰਕੇ, ਇਹਨਾਂ ਦੇ ਜੀਵਨ ਸਫਲੇ ਕਰਨੇ ਨੇ। ਚਲਾਉਣ ਨੂੰ ਤਾਂ ਕਹਿੰਦੇ ਮੈਨੂੰ ਲੋੜ ਨਹੀਂ ਤੁਹਾਡੇ ਪੈਸੇ, ਜੇ ਮੈਂ ਆਪਣੀ ਆਈ ਤੇ ਆ ਜਾ, ਰੱਖੋ ਆਪਣੇ ਸੰਭਾਲ ਕੇ, ਇਕੱਲਾ ਹੀ ਚਲਾਈ ਜਾਊਂਗਾ। ਇੱਥੇ ਚਲਾ ਸਕਦੇ ਨੇ ਮਹਾਰਾਜ ਸਭ ਕੁਝ ਇਕੱਲਾ, ਪਰ ਸਤਿਗੁਰੂ ਕਹਿੰਦੇ ਨਹੀਂ, ਜੇ ਕੋਈ 1 ਰੁਪਈਆ ਵੀ ਦੇਵੇ ਲੈ ਲਓ, 2 ਦੇਵੇ ਲੈ ਲਓ। ਕਿਉਂ? ਉਹਦਾ ਆਪਾਂ ਦਸਵੰਧ ਕਢਾਉਣਾ, ਉਹਦਾ ਭਲਾ ਕਰਨਾ ਕਿਸੇ ਤਰੀਕੇ ਨਾਲ। ਇਹ ਤਾਈਓਂ ਚਲਾਈਆਂ ਨੇ ਸੇਵਾਵਾਂ ਇਸੇ ਕਰਕੇ ਲੰਗਰ ਦੀਆਂ, ਗਰੀਬਾਂ ਨੂੰ ਵੰਡਣ ਦੀਆਂ, ਉਹ ਸਿੱਖਾਂ ਦਾ ਭਲਾ ਕਰਨ ਲਈ ਦਸਵੰਧ ਕਢਾਉਣ ਦੀਆਂ, ਨਾਮ ਜਪਾਉਣ ਦੀਆਂ, ਇਸ਼ਨਾਨ ਕਰਾਉਣ ਦੀਆਂ, ਸਰੋਵਰ ਬਣਾ ਦਿੱਤੇ ਨੇ, ਲੰਗਰ ਬਣਾਏ ਨੇ, ਹੱਥ ਸਫਲੇ ਹੋਣਗੇ ਬਣਾ ਕੇ, ਧਨ ਸਫਲਾ ਹੋਵੇਗਾ ਲਾ ਕੇ। ਇਸ ਤਰ੍ਹਾਂ ਸਤਿਗੁਰੂ ਨੇ ਸਾਡੇ ਲਈ ਹਰੇਕ ਸਾਧਨ ਸਾਡੇ ਭਲੇ ਲਈ ਬਣਾਇਆ, ਪਰ ਸਿੱਖ ਨਹੀਂ ਸਮਝਦਾ ਇਸ ਗੱਲ ਨੂੰ। ਜਿਨ੍ਹਾਂ ਉੱਤੇ ਕਿਰਪਾ, ਉਹਨੂੰ ਪਤਾ ਹੈ ਕਿ ਸਤਿਗੁਰੂ ਕਦੇ ਘਟਣ ਨਹੀਂ ਦਿੰਦੇ। ਸਾਡੇ ਘਰ ਦੇ ਵਿੱਚ, ਗੁਰੂ ਘਰ 'ਚ ਕਦੇ ਘਾਟਾ ਨਹੀਂ। ਆਵਾਜ਼ ਦਿਓ ਬਸ, ਆਹ ਲੋੜ ਹੈ ਸਾਨੂੰ। ਸੰਗਤ ਕਾਮ ਧੇਨ ਗਊ ਹੈ, ਬਰਸਾਤ ਕਰ ਦਿੰਦੀ ਹੈ ਮਾਇਆ ਦੀ ਸੰਗਤ, ਔਰ ਸੰਭਾਲੀ ਨਹੀਂ ਜਾਂਦੀ। ਇੰਨੀ ਸੰਗਤ ਮਾਇਆ ਦਿੰਦੀ ਹੈ, ਕਿਤੇ ਪੈਸੇ ਦੀ ਕਮੀ ਹੈ, ਪਰ ਥਾਂ ਤੇ ਨਹੀਂ ਲੱਗ ਰਿਹਾ ਸਹੀ, ਜਿੱਥੇ ਜਿੱਥੇ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦਾ। ਪਰ ਉਹੀ ਚੀਜ਼ ਹੈ ਬਸ। ਗੁਰੂ ਨਾਨਕ ਸਾਹਿਬ ਪੈਸੇ ਨੂੰ ਸਹੀ ਥਾਂ ਤੇ ਲਾਉਣ ਦਾ ਤਰੀਕਾ ਦੱਸ ਰਹੇ ਨੇ। ਬਾਬਾ ਕਲਿਆਣ ਚੰਦ ਜੀ ਯਕੀਨ ਨਹੀਂ ਕਰ ਰਹੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿੱਥੇ ਉੱਥੇ ਢੁਕਦੀਆਂ, ਸੰਸਾਰ ਵਿੱਚ ਵੀ ਨਾਲ ਲਿਆ ਕੇ ਢੁਕਦੀਆਂ ਨੇ। ਵਾਹਿਗੁਰੂ ਆਪ ਸਹਾਈ ਹੁੰਦੇ ਹਨ। ਦੋਹਰਾ ਬਾਲੇ ਕੋ ਬੁਲਵਾਏ ਕੈ, ਦੇਹੁ ਤਿਸੈ ਸਮਝਾਏ। ਕਹਿੰਦੇ ਮੈਂ ਇਉਂ ਕਰੋ ਭਾਈ, ਬਾਲੇ ਨੂੰ ਬੁਲਾ ਕੇ ਸਮਝਾ ਦਿਓ, ਉਹ ਸਿਆਣਾ ਬਣੇ। ਹਮ ਤੋਂ ਮਿਲ ਤਿਹ ਸੋ ਕਹੈ, ਲਹਿ ਬਾਤ ਮਨਾਏ। ਅਸੀਂ ਤੇ ਤੁਸੀਂ ਮਿਲ ਕੇ ਭਾਈ ਬਾਲੇ ਨੂੰ ਵੀ ਕਹਿ ਦਈਏ, ਸਮਝਾ ਦਈਏ, ਗੱਲ ਮਨਾ ਲਈਏ, ਇਹਨੂੰ ਕਹਿ ਦਈਏ ਕਿ ਪੈਸੇ ਥੋੜੇ ਥੋੜੇ ਖਿਸਕਾ ਲਿਆ ਕਰ। ਇਹ ਭੋਲਾ ਐਵੇਂ ਇੱਧਰ ਉੱਧਰ ਖਰਚ ਦਿੰਦਾ। ਹਾਕਲ ਛੰਦ ਜੈ ਰਾਮ ਬੋਲ ਤਤਕਾਲਾ, ਪਠ ਦਾਸ ਬੁਲਾਇਓ ਬਾਲਾ। ਜਬ ਵੈਸਿਓ ਬਚਨ ਬਖਾਨੇ, ਤੁਮ ਨਾਨਕ ਮੀਤ ਸੁਜਾਨੇ। ਸੋ ਉਸ ਵਕਤ ਭਾਈਆ ਜੈ ਰਾਮ ਜੀ ਨੇ ਸੇਵਾਦਾਰ ਨੂੰ ਭੇਜਿਆ, ਜਾਓ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ। ਜਦੋਂ ਆ ਕੇ ਭਾਈ ਬਾਲਾ ਜੀ ਪੈਰੀ ਪੈਣਾ ਕੀਤਾ, ਬੈਠ ਗਏ ਕੋਲੇ, ਸਮਝਾਉਣ ਲੱਗੇ, ਤੁਮ ਨਾਨਕ ਮੀਤ ਸੁਜਾਨੇ, ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿਆਣੇ ਮਿੱਤਰ ਹੋ ਭਾਈ ਬਾਲਾ ਜੀ। ਹਾਂ ਤੁਮ ਕੋ ਜਾਣਤ ਐਸੇ, ਸਤ ਨਾਨਕ ਹੈ ਮਮ ਜੈਸੇ। ਕਰ ਤਾਂਕੀ ਅਬ ਰਖਵਾਰੀ, ਧਨ ਬਿਰਥਾ ਦੀਏ ਨਾ ਡਾਰੀ। ਦੇਖ ਭਾਈ ਬਾਲਾ, ਮੈਂ ਤੈਨੂੰ ਇਉਂ ਜਾਣਦਾ ਜਿਵੇਂ ਮੇਰਾ ਪੁੱਤਰ ਗੁਰੂ ਨਾਨਕ। ਦੋਨੋਂ ਤੁਸੀਂ ਇੱਕੋ ਜਿਹੇ ਮੇਰੇ ਵਾਸਤੇ ਪਿਆਰੇ ਹੋ। ਹੁਣ ਤੂੰ ਇੱਕ ਕੰਮ ਕਰਿਆ ਕਰ ਕਿ ਗੁਰੂ ਨਾਨਕ ਸਾਹਿਬ ਦੀ ਰਖਵਾਲੀ ਕਰਿਆ ਕਰ। ਪੈਸਾ ਬੇਅਰਥ ਗਵਾਉਣ ਦੀ ਉਹਨਾਂ ਨੂੰ ਆਦਤ ਹੈ। ਤੁਝ ਸੰਗ ਰਹੇ ਕੀ ਲਾਜਾ, ਧਨ ਜਾਵਹਿ ਨਹੀਂ ਅਕਾਜਾ। ਸੁਨ ਕਾਲੂ ਤੇ ਤਿਹ ਕਾਲਾ, ਰਿਸ ਈਖਦ ਕਰ ਕਹਿ ਬਾਲਾ। ਇਸ ਕਰਕੇ ਤੇਰੇ ਨਾਲ ਇਹ ਗੱਲ ਕਰਦੇ ਆ, ਤੁਝ ਸੰਗ ਰਹੇ ਕੀ ਲਾਜਾ, ਤੇਰੇ ਨਾਲ ਰਹਿਣ ਦੀ ਲਾਜ ਹੈ। ਧਨ ਬੇਅਰਥ ਨਹੀਂ ਜਾਣਾ ਚਾਹੀਦਾ। ਸੁਣ ਕਾਲੂ ਤੇ ਤਿਹ ਕਾਲਾ। ਉਸ ਵਕਤ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਤੋਂ ਸੋ ਇਸ ਤਰੀਕੇ ਨਾਲ ਰਿਸ ਭਾਵ ਗੁੱਸਾ, ਈਖਤ ਹੁੰਦੀ, ਈਖਤ ਥੋੜਾ ਜਿਹਾ ਮਨ ਦੇ ਅੰਦਰ ਇਸ ਪ੍ਰਕਾਰ ਭਾਈ ਬਾਲੇ ਦੇ ਆ ਗਿਆ। ਹਮ ਲੋਭ ਨਹੀਂ ਮਨ ਰਾਈ, ਕਿਉ ਮਹਿਤਾ ਜੀ ਪਰਮਾਈ। ਨਹਿ ਲਾਲਸ ਹੈ ਕੁਛ ਅਸਨਾ, ਨਹਿ ਕਰਤ ਫਜੂਲੀ ਬਸਨਾ। ਕਹਿਣ ਲੱਗੇ ਮੈਨੂੰ ਥੋੜਾ ਜਿਹਾ ਫਿਰ ਇਹ ਗੱਲ ਦਾ ਆ ਗਿਆ। ਕਿਉਂ? ਗੁਰੂ ਨਾਨਕ ਸਾਹਿਬ ਨੂੰ ਐਵੇਂ ਕਹੀ ਜਾਂਦੇ ਰਹਿੰਦੇ, ਉਹ ਇੰਨੇ ਚੰਗੇ ਨੇ। ਕਹਿੰਦੇ ਹਮ ਲੋਭ ਨਹੀਂ ਮਨ ਰਾਈ, ਸਾਡੇ ਮਨ 'ਚ ਬਿਲਕੁਲ ਲੋਭ ਨਹੀਂ ਹੈ। ਮਹਿਤਾ ਜੀ ਇਉਂ ਨਾ ਭਰਮਾਇਆ ਕਰੋ ਆਪਣੇ ਮਨ ਨੂੰ। ਕਿਉਂ? ਗੋਤ ਸੀਗਾ ਬਾਬਾ ਕਲਿਆਣ ਚੰਦ ਦਾ, ਮਹਿਤਾ ਗੋਤ ਹੈ। ਇਸ ਕੇ ਨਹਿ ਲਾਲਸ ਹੈ ਕੁਛ ਅਸਨਾ, ਸਾਨੂੰ ਕੋਈ ਇਹ ਵੀ ਨਹੀਂ ਲਾਲਸਾ ਕਿ ਮੈਂ ਕੁਛ ਖਾਸ ਖਾਣਾ ਲੈ ਕੇ, ਮੈਂ ਕੋਈ ਲਾਲਚੀ ਹਾਂ। ਔਰ ਨਾ ਹੀ ਮੇਰੇ ਮਨ ਦੇ ਅੰਦਰ ਇਹ ਆ ਕੋਈ ਕੱਪੜੇ ਦੀ ਲਾਲਸਾ ਕਿ ਮੈਂ ਗੁਰੂ ਨਾਨਕ ਸਾਹਿਬ ਤੋਂ ਕੋਈ ਕੱਪੜਾ, ਜਾਂ ਉਹਨਾਂ ਨੂੰ ਕੋਈ ਲਾਲਸਾ ਖਾਣ ਦੀ, ਜਾਂ ਉਹਨਾਂ ਨੂੰ ਕੋਈ ਕੱਪੜੇ ਦੀ ਲਾਲਸਾ ਹੈ। ਪਰਮੇਸ਼ਰ ਨਾਨਕ ਰੂਪਾ, ਉਪਕਾਰੀ ਸੰਤ ਅਨੂਪਾ।
ਇਸ ਸੰਗਤ ਹੋਤ ਉਧਾਰ ਮਨ ਸਭ ਰਹਿ ਸਰਦਾ ਧਾਰ। ਜਿਹੜਾ ਕੋਈ ਸ਼ਰਧਾ ਧਾਰਦਾ ਨਾ ਉਹਦਾ ਤਾਂ ਮਨ ਸ਼ੁੱਧ ਹੋ ਜਾਂਦਾ ਹੈ। ਇਹਦੀ ਸੰਗਤ ਕਰਕੇ ਤਾਂ ਜੀਵਨ ਦਾ ਉਧਾਰ ਹੁੰਦਾ। ਤਾਂ ਪਰਮੇਸ਼ਰ ਰੂਪ ਗੁਰੂ ਨਾਨਕ ਦੇਵ ਜੀ ਪਰਉਪਕਾਰੀ ਸੰਤ ਮਹਾਤਮਾ ਉਪਮਾ ਤੋਂ ਰਹਿਤ ਹੈ। ਤੁਸੀਂ ਇਹਦੀ ਮਹਿਮਾ ਨੂੰ ਕੀ ਜਾਣੋ। ਹਮ ਪਾਈ ਦੁਰਲਭ ਦੇਹਾ ਭਵ ਤਾਰੋ ਕਾਰਜ ਏਹਾ। ਸੁਨ ਮਹਿਤਾ ਤੁਝ ਧਨ ਚਾਹਾ ਰਹੁ ਨਾਨਕ ਸੁਤ ਕੇ ਪਾਹਾ। ਸੋ ਉਸ ਵਕਤ ਕਹਿਣ ਲੱਗੇ ਭਾਈ ਬਾਲਾ ਜੀ ਕਿ ਆਪਾਂ ਤਾਂ ਦੇਖੋ ਮਨੁੱਖਾ ਦੇਹੀ ਬਹੁਤ ਔਖੀ ਪ੍ਰਾਪਤ ਕੀਤੀ ਹੈ। ਮੈਂ ਤਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਆਪਣੇ ਆਪ ਨੂੰ ਤਾਰਨ ਲਈ ਇੱਥੇ ਆਇਆ। ਮੈਂ ਕੋਈ ਪੈਸਿਆਂ ਵਾਸਤੇ ਨਹੀਂ ਆਇਆ। ਮੈਂ ਤਾਂ ਆਪਣੇ ਤਾਰਨ ਲਈ ਇਹਨਾਂ ਦੀ ਸੇਵਾ ਕਰਦਾ। ਸੁਣੋ ਮਹਿਤਾ ਕਾਲੂ ਜੀ, ਜੇ ਤੁਹਾਨੂੰ ਪੈਸੇ ਦੀ ਲੋੜ ਆ ਨਾ ਤੁਸੀਂ ਹੀ ਇੱਥੇ ਰਹਿ ਪੋ। ਆਪਣੇ ਪੁੱਤ ਦੇ ਕੋਲ ਬੈਠੇ ਰਿਹਾ ਕਰੋ ਤੇ ਉੱਥੇ ਰੱਖ ਲਓ ਇੱਕ ਗੱਲਾ। ਜਿਹੜੇ ਪੈਸੇ ਕਮਾਵੇ ਉਹ ਲੈ ਲੈ ਕੇ ਉੱਥੇ ਆਪ ਹੀ ਜਮ੍ਹਾਂ ਕਰੀ ਜਾਇਆ ਕਰੋ। ਮਮ ਇੱਛਾ ਔਰ ਮੈਂ ਇਹੀ ਨਹੀਂ ਆਏ ਸਮੇਟ ਬਕੇਹੀ। ਕਛ ਦਰਬ ਨ ਪ੍ਰੀਹਾ ਮੇਰੇ ਜੇ ਮਨ ਮਹਿ ਲਾਲਸ ਤੇਰੇ। ਜੇ ਤੇਰੇ ਮਨ ਚ ਲਾਲਸਾ ਬਾਬਾ ਜੀ ਤੂੰ ਇਸ ਤਰ੍ਹਾਂ ਕਰ ਲੈ। ਮੇਰੇ ਮਨ ਦੇ ਅੰਦਰ ਕੋਈ ਇੱਛਾ ਨਹੀਂ। ਮੈਂ ਇੱਕ ਗੱਲ ਦੱਸ ਦਿਆਂ, ਮੈਂ ਗੁਰੂ ਨਾਨਕ ਦੀ ਹੁਕਮ ਅਦੂਲੀ ਨਹੀਂ ਕਰਦਾ। ਉਹ ਜੋ ਕਹਿਣਗੇ ਮੈਂ ਉਹੀ ਕਰਨਾ। ਉਹ ਜੇ ਕਹਿਣਗੇ ਸਾਰਾ ਮੋਦੀ ਖਾਨਾ ਲੁਟਾ ਦੇ ਮੈਂ ਲੁਟਾ ਦੇਣਾ। ਮੈਂ ਉਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ। ਇਸ ਕਰਕੇ ਮੇਰੇ ਮਨ ਦੇ ਅੰਦਰ ਕੋਈ ਪੈਸੇ ਦੀ ਇੱਛਾ ਨਹੀਂ ਹੈ। ਰਹੁ ਨਾਨਕ ਸੁਤ ਕੇ ਪਾਸੂ ਲੈ ਆਵੋ ਇਹ ਅਵਾਸੂ। ਜੋ ਖਰਚ ਹੈ ਤੇ ਵੱਧ ਜਾਵੈ ਰਹੁ ਲੇਵਤ ਜੋ ਕਰ ਆਵੈ। ਫਿਰ ਸਹੀ ਜਿਹਾ ਤਰੀਕਾ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਰਹੋ। ਆਪਣਾ ਘਰ-ਬਾਰ ਸਾਰਾ ਇੱਥੇ ਲਿਆਓ। ਉੱਥੋਂ ਵੇਚ ਵੱਟ ਕੇ ਇੱਥੇ ਖਰੀਦ ਲਓ। ਇੱਥੇ ਰਹੋ। ਜਿਹੜੇ ਖਰਚੇ ਤੋਂ ਪੈਸੇ ਵੱਧ ਜਾਂਦੇ ਨੇ ਉਹ ਕੋਲ ਬਹਿ ਕੇ ਆਪਣਾ ਨਾਲੋਂ ਨਾਲ ਹੀ ਲੈ ਲਿਆ ਕਰੋ ਉਹਨਾਂ ਤੋਂ। ਫੇਰ ਤਾਂ ਭਾਵੇਂ ਤੁਹਾਡਾ ਕੋਈ ਬਚਾਅ ਹੋ ਜੇ ਪੈਸਿਆਂ ਦਾ। ਗੁਰੂ ਨਾਨਕ ਸਾਹਿਬ ਨੇ ਤਾਂ ਗਰੀਬਾਂ ਦੀ ਮਦਦ ਕਰਨੀ ਹੈ। ਬਿਤ ਹੋਏ ਨਾ ਹਮਰੇ ਪਾਸਾ ਉਹ ਸੁਆਮੀ ਹਮ ਤਿਹ ਦਾਸਾ। ਧਨ ਇਕੱਠੋ ਕਿਉਂ ਬਨਿਆਈ ਤਿਹ ਆਏ ਸਮੇਟ ਨਾ ਜਾਈ। ਇਸ ਕਰਕੇ ਬਿਤ ਜਿਹੜਾ ਇਕੱਠਾ ਕਰਨਾ ਧਨ ਉਹ ਨਹੀਂ ਮੈਂ ਕਰ ਸਕਦਾ। ਮੈਂ ਉਹਨਾਂ ਦਾ ਦਾਸ ਹਾਂ। ਉਹ ਮੇਰੇ ਮਾਲਕ ਨੇ, ਮੈਂ ਤਾਂ ਨੌਕਰ ਹਾਂ। ਧਨ ਇਕੱਠਾ ਕਿਵੇਂ ਕਰ ਸਕਦਾ? ਮੈਂ ਉਹਨਾਂ ਦੇ ਹੁਕਮ ਨੂੰ ਮੇਟ ਨਹੀਂ ਸਕਦਾ। ਸੁਨ ਬੋਲਿਓ ਤਬ ਜੈ ਰਾਮਾ ਸੁਨ ਮਹਿਤਾ ਇਹ ਨਿਹ ਕਾਮਾ। ਸਾ ਬਾਲੇ ਸਾਚ ਬਖਾਨੀ ਸਤ ਜਾਨੋ ਨਿਜ ਮਨ ਮਾਨੀ। ਉਸ ਵਕਤ ਭਾਈਆ ਜੈ ਰਾਮ ਜੀ ਕਹਿਣ ਲੱਗੇ ਮਹਿਤਾ ਜੀ ਸੁਣੋ ਗੱਲ ਇਹ ਧਿਆਨ ਨਾਲ। ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਇਹ ਠੀਕ ਆ, ਕਾਮਨਾ ਤੋਂ ਰਹਿਤ ਬੇਲੋੜ ਹਨ। ਸੋ ਸਭ ਬਾਲੇ ਸਾਚ ਬਖਾਨੀ। ਭਾਈ ਬਾਲੇ ਨੇ ਗੱਲ ਸੱਚੀ ਕਹੀ ਆ। ਸੱਚੀ ਗੱਲ ਜਾਣੋ ਆਪਣੇ ਮਨ ਦੇ ਅੰਦਰ ਕਿ ਗੁਰੂ ਨਾਨਕ ਦੇਵ ਜੀ ਸੰਤ ਰੂਪ ਹੀ ਹਨ। ਨਹਿ ਕੀਜੈ ਔਰ ਮਹਿ ਰੋਸੂ ਕਛ ਬਾਲੇ ਕੋ ਨਹਿ ਦੋਸੂ। ਜਬ ਹੋਵੈ ਨਾਨਕ ਵਿਆਹਾ ਨਹਿ ਖੋਵੈ ਧਨ ਨਿਤ ਚਾਹਾ। ਇਹਦੇ ਵਿੱਚ ਤੁਸੀਂ ਗੁੱਸਾ ਨਾ ਕਰੋ ਆਪਣੇ ਮਨ ਦੇ ਅੰਦਰ। ਇਹਦੇ ਵਿੱਚ ਭਾਈ ਬਾਲੇ ਦਾ ਵੀ ਕੋਈ ਦੋਸ਼ ਨਹੀਂ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਵਾਹ ਕਾਰਜ ਹੋ ਜਾਏਗਾ ਫਿਰ ਘਰੇ ਲੋੜ ਪਏਗੀ ਪੈਸੇ ਦੀ। ਫਿਰ ਮਹਾਰਾਜ ਆਪੇ ਘਰੇ ਦੇਣਗੇ ਪੈਸਾ। ਇਸ ਕਰਕੇ ਤੁਸੀਂ ਹਲੇ ਇਸ ਗੱਲ ਦੀ ਕੋਈ ਚਿੰਤਾ ਨਾ ਕਰੋ ਜੀ। ਬਲਵਾਵੋ ਹੋਏ ਸਗਾਈ ਚਿਤ ਚਿੰਤਾ ਕਰੋ ਨ ਕਾਈ। ਤੀਏ ਮੋਹ ਤਬਹਿ ਹੋ ਜਾਈ ਨਹਿ ਖੋਵੈ ਦਰਬ ਅਜਾਈ। ਹੁਣ ਮੈਂ ਬਲਵਾਵੋਂ ਹੋਏ ਸਗਾਈ ਕਰਾਂਗਾ, ਤੁਹਾਨੂੰ ਬੁਲਾਵਾਂਗਾ। ਚਿੱਤ ਵਿੱਚ ਕੋਈ ਚਿੰਤਾ ਨਾ ਕਰੋ। ਵਿਵਾਹ ਹੋ ਜਾਏਗਾ। ਬਾਲ ਬੱਚੇ ਦਾ ਇਸਤਰੀ ਦਾ ਮੋਹ ਹੋ ਜਾਂਦਾ। ਮੋਹ ਹੋਣ ਕਰਕੇ ਬੰਦਾ ਪੈਸਾ ਗਵਾਉਂਦਾ ਨਹੀਂ। ਸਾਰਾ ਪੈਸਾ ਪਾਈ ਘਰੇ ਲਿਜਾਂਦਾ ਹੈ। ਸੁਨ ਬਾਲਾ ਤਾਂ ਸਿਧਾਇਆ ਜਹ ਨਾਨਕ ਹਾਟ ਸੁਹਾਇਆ। ਤਬ ਕਾਲੂ ਕੋ ਇਕ ਕਾਲਾ ਬੀਤਾਇਓ ਤਨਿਆ ਸਾਲਾ। ਹੁਣ ਸੁਣ ਕਰਕੇ ਭਾਈ ਬਾਲਾ ਜੀ ਸਾਰੀ ਗੱਲਬਾਤ ਉੱਥੇ ਚਲੇ ਗਏ ਹੱਟ ਤੇ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਭਨੀਕ ਹੋ ਰਹੇ ਨੇ। ਸੋ ਉਸ ਵਕਤ ਕੁਝ ਸਮਾਂ ਬਾਬਾ ਕਲਿਆਣ ਚੰਦ ਜੀ ਨੇ ਬਤੀਤ ਕੀਤਾ। ਬਿਤਾਇਓ ਤਨੀਆਂ ਸ਼ਾਲਾ। ਤਨੀਆਂ ਤੋਂ ਭਾਵ ਪੁੱਤਰੀ ਦੇ, ਸ਼ਾਲਾ ਹੁੰਦਾ ਘਰ ਦੇ ਵਿੱਚ ਸਮਾਂ ਬਤੀਤ ਕੀਤਾ। ਚਲਣੇ ਕੀ ਕੀਨੀ ਤਿਆਰੀ ਸਮਝਾਵਤ ਬਹੁ ਪ੍ਰਕਾਰੀ। ਸੁਤ ਹੋਏ ਸਗਾਈ ਤੇਰੀ ਅਬ ਤੂਰਨ ਨਹਿ ਕਛ ਦੇਰੀ। ਇਉਂ ਚੱਲਣ ਦੀ ਤਿਆਰੀ ਕਰ ਲਈ, ਸਮਝਾਉਣ ਲੱਗੇ ਬਹੁਤ ਤਰੀਕਿਆਂ ਦੇ ਨਾਲ। ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਹੋ ਕੇ ਗਏ ਨੇ, ਪੁੱਤਰ ਹੁਣ ਸਗਾਈ ਹੋਣੀ ਹੈ ਤੇਰੀ। ਸੋ ਇਸ ਕਰਕੇ
ਇਹ ਜਿਹੜੀ ਆ ਨਾ ਕੁਛ ਦੇਰੀ ਨਹੀਂ ਲੱਗਣੀ, ਛੇਤੀ ਹੋ ਜਾਣੀ ਆ। ਪੈਸੇ ਦੀ ਉੱਥੇ ਆਪਾਂ ਨੂੰ ਲੋੜ ਪੈਣੀ ਫਿਰ। ਕਰ ਇਕੱਠੋ ਖਰਚ ਸਗਾਈ ਤਜ ਆਗਲ ਰੀਤ ਬਿਜਾਈ ਮਿਲ ਤਨਜਾ ਪਤ ਕੋ ਬਹੁ ਚਲਣ ਸਮੈ ਕਰ ਹਿਤ ਕੋ। ਇਸ ਤਰ੍ਹਾਂ ਕਹਿੰਦੇ ਤੂੰ ਇਕੱਠਾ ਕਰ ਸਗਾਈ ਲਈ ਪੈਸਾ। ਪਹਿਲੀ ਜਿਹੜੀ ਅਗਲੀ ਰੀਤੀ ਸੀ ਨਾ ਤੇਰੀ, ਪਹਿਲਾਂ ਉਹ ਅਯੋਗ ਰੀਤੀ ਸੀ ਜਿਹੜੀ, ਉਹ ਛੱਡ ਦੇ ਹੁਣ ਪੈਸਾ ਗਵਾਉਣ ਦੀ। ਇਸ ਤਰ੍ਹਾਂ ਬਾਬਾ ਜੀ ਫਿਰ ਮਿਲ ਕਰਕੇ ਬੇਬੇ ਨਾਨਕੀ ਜੀ ਨੂੰ ਤਨੁਜਾ ਪਤ ਕੋ ਭਾਵ ਭਾਈਆ ਜੈ ਰਾਮ ਜੀ ਨੂੰ ਮਿਲ ਕੇ ਬਹੁਤ ਚਲਨ ਸਮੇਂ ਕਰ ਹਿਤ ਕੋ, ਫਿਰ ਪਿਆਰ ਕਰਕੇ ਆਪਣੇ ਵਾਪਸੀ ਦਾ ਵੀ ਚਲੋ ਆਪਣਾ ਪਿੰਡ ਵੀ ਸੰਭਾਲੀਏ, ਘਰ ਵੀ ਸੰਭਾਲੀਏ, ਕੰਮਕਾਰ ਕਰੀਏ ਚੱਲ ਕੇ ਪਟਵਾਰੀ ਵਾਲਾ। ਮਿਲ ਨਾਨਕ ਸੋਪਨ ਵਾਲਾ ਬਚ ਹਿਤ ਕੇ ਕਹਿ ਕਰ ਚਾਲਾ ਨਿਜ ਕਾਲੂ ਪੌਨ ਸਿਧਾਇਆ ਪੁਨ ਨਾਨਕ ਕਾਰ ਚਲਾਇਆ। ਫਿਰ ਇਸ ਤਰੀਕੇ ਨਾਲ ਮਿਲ ਨਾਨਕ ਸੌ ਪੁਨ ਬਾਲਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰ ਭਾਈ ਬਾਲਾ ਜੀ ਨੂੰ ਬੜੇ ਪਿਆਰ ਦੇ ਬਚਨ ਕਰਕੇ ਬਾਬਾ ਕਲਿਆਣ ਚੰਦ ਜੀ ਦੋਨਾਂ ਨੂੰ ਆਸ਼ੀਰਵਾਦ ਦੇ ਕੇ, ਆਪਣਾ ਪਿਆਰ ਦੇ ਕੇ ਫਿਰ ਆਪਣੇ ਘਰ ਨੂੰ ਵਾਪਸ ਚਲੇ ਗਏ ਤਲਵੰਡੀ। ਔਰ ਗੁਰੂ ਨਾਨਕ ਦੇਵ ਜੀ ਆਪਣਾ ਮੋਦੀ ਦਾ ਕਾਰਜ ਫਿਰ ਕਰਨ ਲੱਗੇ ਹਨ। ਹੈ ਰੀਤ ਪੂਰਬਲ ਜੈਸੀ ਸੋ ਵਰਤ ਹੈ ਨਾਨਕ ਤੈਸੀ ਦੇ ਅਸਨ ਬਸਨ ਸਭ ਤਾਈ ਘਰ ਸ਼ੂਸ਼ਾ ਕੋ ਨਾ ਪਠਾਈ। ਹੁਣ ਮਹਾਰਾਜ ਦੀ ਤਾਂ ਬਸ ਉਹੀ ਬਿਰਤੀ ਹੈ, ਜੈਸੀ ਰੀਤੀ ਪਹਿਲਾਂ ਚਲੀ ਆ ਰਹੀ ਹੈ ਸਾਰੀ ਉਸੇ ਤਰ੍ਹਾਂ ਹੀ ਵਰਤਾਉਂਦੇ ਨੇ। ਦਿੰਦੇ ਨੇ ਕਿਸੇ ਨੂੰ ਕੱਪੜਾ, ਦਿੰਦੇ ਨੇ ਭੋਜਨ। ਘਰ ਨੂੰ ਕੋਈ ਵੀ ਬੰਦਾ ਖਾਲੀ ਨਹੀਂ ਜਾਂਦਾ। ਜਿਹੜਾ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ ਉਹਦੀਆਂ ਝੋਲੀਆਂ ਗੁਰੂ ਨਾਨਕ ਸਾਹਿਬ ਨੇ ਭਾਰੀ ਦੇਣੀਆਂ। ਨਿਰਧਨ ਕੋ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ। ਇਸ ਕਰਕੇ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਪੁਰ ਪਸਰੀ ਕੀਰਤ ਤਰੂਰੀ ਪਰ ਨਾਰਨ ਘਰ ਘਰ ਪੂਰੀ ਕਹਿ ਪਾਂਤ ਮਰਾਲਣ ਭੂਲੇ ਕਲ ਕਿਦੋਂ ਮਾਲ ਤੇ ਫੂਲੇ ਫੂਲੇ। ਕਹਿੰਦੇ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੇ ਸ਼ਹਿਰ ਦੇ ਵਿੱਚ ਬਹੁਤ ਸੁੰਦਰ ਕੀਰਤੀ ਫੈਲ ਗਈ। ਸਭ ਮਾਈ ਭਾਈ ਘਰ ਘਰ ਦੇ ਵਿੱਚ ਕਰਦੇ ਨੇ ਮਹਿਮਾ। ਮਾਨੋ ਕਹਿੰਦੇ ਪੰਗਤੀ ਡਾਰ ਜਿਹੜੀ ਹੰਸਾਂ ਦੀ ਜਿਵੇਂ ਜਾਂਦੀ ਆ ਨਾ ਸ਼ੁੱਧ, ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਦੀ ਸ਼ੁੱਧ ਮਹਿਮਾ ਜਿਹੜੀ ਸੀ, ਮਾਲਤੀ ਦੇ ਫੁੱਲ ਹੁੰਦੇ ਚਿੱਟੇ ਰੰਗ ਦੇ ਸੋਹਣੇ, ਐਸੇ ਸੁੰਦਰ ਫੁੱਲਾਂ ਵਰਗੀ ਕੀਰਤੀ ਉਜਲ ਫੈਲ ਗਈ। ਜੋ ਸੁਰ ਤਾਰੇ ਅਨਕ ਉਦਾਰਾ ਤਿਉ ਦੇਤ ਨਾ ਹੋਤ ਅਵਾਰਾ ਨਿਤ ਪੂਰ ਫਕੀਰਨ ਭੀਰਾ ਦੇ ਹਰਖ ਹਿਰਦੇ ਸਧੀਰਾ। ਸਹਿਤ ਧੀਰਜ ਦੇ ਗੁਰੂ ਨਾਨਕ ਦੇਵ ਜੀ ਦੇ ਕੇ ਬਹੁਤ ਖੁਸ਼ ਹੁੰਦੇ ਨੇ। ਫਕੀਰਾਂ ਨੂੰ ਬਹੁਤਾ ਜ਼ਿਆਦੇ ਬਣਦੇ ਨੇ। ਔਰ ਜਿਵੇਂ ਸੁਰ ਤਰ ਹੁੰਦਾ ਦਰਖਤ ਕਲਪ ਬ੍ਰਿਛ, ਉਹਦੇ ਕੋਲ ਕੋਈ ਵੀ ਮੰਗ ਲੈ ਕੁਛ ਉਹ ਦਿੰਦਾ ਬਿਨਾਂ ਦੇਰੀ ਤੋਂ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਮਾਲਕ ਨੇ ਸ੍ਰਿਸ਼ਟੀ ਦੇ। ਉਹਨਾਂ ਕੋਲ ਤਾਂ ਜੋ ਕੋਈ ਮੰਗਦਾ ਵੱਡਾ ਸਾਰਾ ਦਿਲ ਪਰਮਾਤਮਾ ਦਾ, ਗੋਬਿੰਦੇ ਮੁਕੰਦੇ ਉਦਾਰੇ ਆਉਂਦਾ ਜਿੱਥੇ ਉਦਾਰ ਚਿੱਤ ਹੈ। ਦੋਹਰਾ ਕਿਤਕ ਕਾਲ ਬੀਤਤ ਭਇਓ ਤਬਹਿ ਪਿਸ਼ਨ ਇੱਕ ਆਏ। ਹੁਣ ਕਿੰਨਾ ਕੁ ਸਮਾਂ ਬਤੀਤ ਹੋਇਆ। ਪਿਸ਼ਨ ਹੁੰਦਾ ਚੁਗਲ, ਚੁਗਲੀ ਲਾਉਣ ਵਾਲਾ। ਇੱਕ ਹੁਣ ਚੁਗਲੀ ਲਾਉਣ ਵਾਲਾ ਬੰਦਾ ਆ ਗਿਆ। ਦੂਤੇ ਕਰੇ ਜਰਾਮ ਪੈ ਸਦਨੇ ਕੰਤ ਵਿਸਾਏ। ਉਹ ਭਾਈਆ ਜੈ ਰਾਮ ਜੀ ਦੇ ਘਰੇ ਗਿਆ, ਜਾ ਕੇ ਕੱਲਿਆਂ ਨੂੰ ਬਿਠਾ ਕੇ ਚੁਗਲੀ ਕੀਤੀ ਗੁਰੂ ਨਾਨਕ ਸਾਹਿਬ ਦੀ। ਆਕਲ ਛੰਦ ਤਹਿ ਤੀਏ ਸੋਦਰ ਤੁਮ ਸਮਝਾਓ ਧਨ ਬਿਰਥਾ ਨਾਹਿ ਲਟਾਓ। ਇਹ ਜਿਹੜਾ ਨਾ ਤੁਹਾਡੀ ਇਸਤਰੀ ਦਾ ਭਰਾ ਇੱਥੇ ਆਇਆ ਹੋਇਆ, ਇਹਨੂੰ ਸਮਝਾਓ। ਇਹ ਖਾਮ ਖਾਂ ਇੱਥੇ ਲੁਟਾ ਰਿਹਾ, ਇਹ ਚੰਗੀ ਗੱਲ ਨਹੀਂ ਹੈ। ਮਨ ਜਾਣ ਭਲੇ ਮਨ ਬੈਨਾ ਮਨ ਤਨਕ ਤਾਹਿ ਕੇ ਭੈਨਾ। ਇਸ ਕਰਕੇ ਚੰਗੀ ਤਰ੍ਹਾਂ ਮੇਰੇ ਬਚਨ ਜਾਣ ਲਓ। ਉਹਨਾਂ ਦੇ ਮਨ ਵਿੱਚ ਤਾਂ ਡਰ ਹੀ ਨਹੀਂ ਕਿਸੇ ਪ੍ਰਕਾਰ ਦਾ। ਉਹ ਤਾਂ ਵਰਤਾਈ ਜਾਂਦੇ, ਲੋਕਾਂ ਨੂੰ ਵੰਡੀ ਜਾਂਦੇ ਨੇ। ਤੇ ਜਿੱਦਣ ਹੋਇਆ ਹਿਸਾਬ, ਜਿੱਦਣ ਪਿਆ ਘਾਟਾ, ਚੁੱਕ ਕੇ ਅਗਲੇ ਨੇ ਅੰਦਰ ਦੇ ਦੇਣਾ ਜੇਲ੍ਹ ਦੇ ਵਿੱਚ। ਨਾਲੇ ਪੈਸੇ ਭਰਾਉ, ਨਾਲੇ ਤੇਰੀ ਬਦਨਾਮੀ, ਖਬਰੇ ਤੇਰੀ ਨੌਕਰੀ ਨੂੰ ਖਤਰਾ ਖੜਾ ਹੋ ਜੇ। ਉਧਰ ਬਾਬੇ ਕਲਿਆਣ ਚੰਦ ਦੀ ਬਦਨਾਮੀ ਹੈ। ਉਹ ਚੁਗਲੀ ਲਾਉਣ ਵਾਲਾ ਫਿਰ ਚੰਗੀ ਤਰ੍ਹਾਂ ਹੀ ਮਿਰਚ ਮਸਾਲਾ ਲਾ ਕੇ ਕਹਿੰਦਾ ਹੈ, ਬਹੁ ਦੇਤ ਫਕੀਰਨ ਦਰਬਾ ਨਿਤ ਖੋਤ ਤੁਰਕ ਘਰ ਸਰਬਾ। ਬਹੁਤ ਸਾਰੇ ਫਕੀਰਾਂ ਨੂੰ ਦੇਖੋ ਇਹ ਦੇਈ ਜਾਂਦੇ ਨੇ, ਪੈਸਾ ਵੀ ਦੇਈ ਜਾਂਦੇ ਨੇ। ਇਹ ਜਿਹੜੇ ਭਾਵ ਵਿਦੇਸ਼ੀ ਮੁਸਲਮਾਨ ਨਵਾਬ ਦਾ ਹੈ, ਇਹਦਾ ਪੈਸਾ ਵੀ ਖਰਾਬ ਕਰਦੇ ਹਨ। ਤੁਮ ਖੋਏ ਤੁਰਕ ਕੀ ਜਾਨੋ ਦੁਖਦਾਈ ਅਮਲ ਪਛਾਨੋ। ਤੁਸੀਂ ਜਾਣਦੇ ਹੋ ਨਾ, ਇਹ ਜਿਹੜਾ ਨਵਾਬ ਦੌਲਤ ਖਾਂ ਹੈ, ਇਹਦੀ ਆਦਤ ਬੜੀ ਭੈੜੀ ਜੀ ਹੈ।
और फिर बंदे ਨੂੰ ਜੇ ਲੱਗ ਜੇ ਇਹਨੂੰ ਪਤਾ ਬੰਦੇ ਨੇ ਗਲਤੀ ਕੀਤੀ ਹੈ, ਇਹਨਾਂ ਦੀ ਹਕੂਮਤ ਵੀ ਦੁਖਦਾਈ ਹੈ, ਤੁਹਾਨੂੰ ਪਤਾ ਹੀ ਹੈ। ਪਹਿਮਾਨ ਭਇਓ ਜੈ ਰਾਮਾ ਉਠ ਤੂਰਨ ਗਮਨਿਓ ਧਾਮਾ। ਭਾਈਆ ਜੈ ਰਾਮ ਡਰ ਗਏ ਉਸ ਵਕਤ। ਇੱਕ ਵਾਰ ਤੇ ਮਨ ਤੇ ਠੇਸ ਜੀ ਵੱਜੀ, ਕਿਉਂ ਕਿਸੇ ਨੇ ਆ ਕੇ ਜਦੋਂ ਚੁਗਲੀ ਲਾਈ, ਜਿਹੜਾ ਭਰੋਸਾ ਸੀ ਉਹ ਇੱਕਦਮ ਡੋਲਿਆ ਹੈ। ਸਮਝਾਉਣ ਵਾਲੇ ਉਹ ਕਹੇ ਰੱਬੀ ਜੋਤ ਹੈ, ਪਰਉਪਕਾਰੀ ਹੈ। ਉਹ ਬੰਦੇ ਨੇ ਕਿਹਾ ਫਿਰ ਐਸਾ ਹੋ ਜਾਏਗਾ। ਉੱਠ ਕੇ ਇੱਕਦਮ ਘਰ ਨੂੰ ਚੱਲੇ। ਘਰ ਪਹੁੰਚੇ ਜਦੋਂ ਕਹਿ ਬੋਲੀ ਆਰਜ ਤਨੀਆ ਬਹੁ ਲੋਕਨ ਤੇ ਮੈਂ ਸੁਨੀਆ। ਉਸ ਵਕਤ ਜਾ ਕਰਕੇ ਕਹਿਣ ਲੱਗਿਆ, ਇਹ ਬਾਬਾ ਕਲਿਆਣ ਚੰਦ ਦੀ ਪੁੱਤਰੀ ਸੁਣ ਧਿਆਨ ਦੇ ਨਾਲ, ਮੈਂ ਬਹੁਤ ਲੋਕਾਂ ਤੋਂ ਇਹ ਗੱਲ ਇੱਕ ਸੁਣੀ ਹੈ ਅੱਜ। ਧਨ ਖਰਚਤ ਨਾਨਕ ਐਸੇ ਵੱਡ ਭੂਪਤ ਹੋਵਤ ਜੈਸੇ। ਇਹ ਤੇਰਾ ਭਰਾਤਾ ਜਿਹੜਾ ਹੈ ਇਹ ਧਨ ਇਉਂ ਖਰਚਦਾ ਜਿਵੇਂ ਬੜਾ ਵੱਡਾ ਕੋਈ ਰਾਜਾ ਹੁੰਦਾ। ਸਾਰਾ ਪੈਸਾ ਇਸ ਤਰ੍ਹਾਂ ਲੁਟਾ ਰਿਹਾ ਗਰੀਬਾਂ ਨੂੰ। ਪੈ ਦੇਤ ਕਹਿ ਨਰ ਆਏ ਜੋ ਸਰ ਹਿਰਦੇ ਖਰ ਲਾਏ। ਹੁਣ ਬੰਦੇ ਆ ਕੇ ਮੈਨੂੰ ਡਰਾਉਂਦੇ ਨੇ ਇਸ ਗੱਲ ਕਰਕੇ ਵੀ ਜਿਵੇਂ ਬਹੁਤ ਤਿੱਖਾ ਤੀਰ ਦਿਲ 'ਚ ਵੱਜਦਾ ਨਾ, ਮੇਰੇ ਤਾਂ ਅੱਜ ਐ ਵੱਜਿਆ ਆ ਕੇ ਤੀਰ, ਇਹ ਨੇ ਜਾਣੀਏ ਕਿਤੇ ਹਿਸਾਬ ਕਿਤਾਬ ਘਾਟਾ ਪੈ ਗਿਆ, ਮੈਨੂੰ ਪੈਸੇ ਭਰਨੇ ਪਏ, ਕੋਈ ਗੱਲ ਹੋ ਗਈ ਬਦਨਾਮੀ ਵਾਲੀ, ਫਿਰ ਬਹੁਤ ਔਖਾ ਹੋਵੇਗਾ। ਅਬ ਕਰਾਂ ਕੌਣ ਮੈਂ ਕਾਜਾ ਰਹਿ ਆਵੇਂ ਜਿਹਬ ਦਲਾਜਾ। ਹੁਣ ਮੈਂ ਕਿਹੜਾ ਇਹੋ ਜਿਹਾ ਕੰਮ ਕਰਾਂ ਜਿਸ ਕਰਕੇ ਮੇਰੀ ਲਾਜ ਇੱਜ਼ਤ ਪਤ ਰਹਿ ਜਾਵੇ। ਚਿੰਤੋ ਦਿਦ ਭਇਓ ਨਿਮਗਨਾ ਕਹੋ ਪੋਤ ਜਤਨ ਹੋਏ ਲਗਨਾ। ਕਹਿਲੇ ਚਿੰਤੋ ਦਿਦ ਭਇਓ ਨਿਮਗਨਾ। ਹੁਣ ਚਿੰਤਾ ਦੇ ਸਮੁੰਦਰ ਵਿੱਚ ਮਨ ਰੁੜ ਚੱਲਿਆ। ਜਤਨ ਰੂਪੀ ਜਹਾਜ਼ ਕੋਈ ਲੱਭੀਏ ਤਾਂ ਜੋ ਲੰਘ ਸਕੀਏ ਜਤਨ ਰੂਪੀ ਜਹਾਜ਼ ਦੇ ਉੱਤੇ ਚੜ ਕੇ। ਸੁਨ ਭਨੇ ਨਾਨਕੀ ਬਚਨਾ ਮਨ ਤਬ ਜੇ ਸੰਸੈ ਖਚਨਾ। ਬੇਬੇ ਨਾਨਕੀ ਜੀ ਕਹਿਣ ਲੱਗੇ ਉਸ ਵਕਤ ਬਚਨ, ਤੁਹਾਡਾ ਜਿਹੜਾ ਮਨ ਹੈ ਇਸ ਵਕਤ ਹੈ ਨਾ ਡਾਵਾਂ ਡੋਲ ਹੋਇਆ ਹੋਇਆ, ਇਹ ਨਾ ਕਰੋ ਤੁਸੀਂ। ਇਹ ਜਿਹੜੇ ਤੁਹਾਡੇ ਸੰਸ਼ੇ ਵਿੱਚ ਰਚੇ ਹੋਏ ਬਚਨ ਹਨ, ਤੁਸੀਂ ਬਿਲਕੁਲ ਸੰਸ਼ਿਆਂ ਵਿੱਚ ਫਸ ਗਏ ਹੋ। ਕਰ ਬਾਤ ਉਚਿਤ ਚਿਤ ਭਾਈ ਜੋ ਭਰਮ ਪੂਰ ਮਿਟ ਜਾਈ। ਸੋ ਇਸ ਕਰਕੇ ਜਿਹੜੀ ਨਾ ਉਚਿਤ ਗੱਲ, ਜਿਹੜੀ ਲਾਇਕ ਗੱਲ ਭਾਉਂਦੀ ਹੋਵੇ, ਬੰਦੇ ਨੂੰ ਉਹੀ ਕਰਨੀ ਚਾਹੀਦੀ ਜਿਹੜੀ ਚਿੱਤ ਨੂੰ ਭਾ ਜਾਏ, ਚੰਗੀ ਲੱਗੇ। ਇਹ ਮਨ ਦੇ ਭਰਮ ਭੁਲੇਖੇ ਦੂਰ ਕਰ ਦਿਓ। ਇਹ ਭਰਮ ਜਿਹੜੇ ਨੇ ਆਪੇ ਮਿਟ ਜਾਣਗੇ। ਹੁਣ ਪ੍ਰਤੀਤ ਨ ਆਈ ਤੁਮਕੋ ਕਿਆ ਮਸਲਤ ਬੂਝਤ ਹਮਕੋ। ਤੁਹਾਨੂੰ ਨਹੀਂ ਭਰੋਸਾ ਆਇਆ, ਇਹਦਾ ਮਤਲਬ ਤੁਸੀਂ ਮੇਰੇ ਪਿੱਛੇ ਲੱਗ ਕੇ ਉਹੀ ਗੱਲਾਂ ਕਰਦੇ ਰਹੇ ਹੁਣ ਤੱਕ। ਤੁਹਾਨੂੰ ਭਰੋਸਾ ਨਹੀਂ ਆਇਆ ਜਿਹੜੀ ਤੁਸੀਂ ਸਲਾਹ ਲੈਣ ਆ ਗਏ ਹੋ। ਮੈਨੂੰ ਕੀ ਪੁੱਛਦੇ ਹੋ ਆ ਕੇ? ਤੁਮ ਜਾਣਤ ਭਰਾਤ ਵਡਾਈ ਨਿਤ ਦੇਤ ਮੁਝੈ ਸਮਝਾਈ। ਭਰਾ ਦੀ ਵਡਿਆਈ ਤੁਸੀਂ ਜਾਣਦੇ ਨਹੀਂ, ਉਲਟਾ ਮੈਨੂੰ ਤੁਸੀਂ ਰੋਜ਼ ਸਮਝਾਉਂਦੇ ਹੋ ਇਹ ਤਾਂ ਰੱਬ ਰੂਪ ਹੈ, ਇਹ ਤਾਂ ਨਿਰੰਕਾਰੀ ਜੋਤ ਹੈ, ਇਹ ਤਾਂ ਐ ਹੈ, ਇਹ ਤਾਂ ਪਰਉਪਕਾਰੀ ਹੈ। ਅੱਜ ਜੇ ਇੱਕ ਬੰਦੇ ਨੇ ਮਾੜੀ ਜੀ ਗੱਲ ਕਹੀਤੀ ਕਿ ਡਾਵਾਂ ਡੋਲ ਹੋ ਕੇ ਆ ਗਏ ਤੁਸੀਂ। ਇੱਥੇ ਵੀ ਲੋਕ ਕਈ ਕਹਿੰਦੇ ਨੇ ਮਹਾਰਾਜ ਬਾਰੇ, ਹੋਰ ਕਈ ਆਪਣੇ ਵੀ ਸਿੱਖ ਡਾਵਾਂ ਡੋਲ ਹੋ ਜਾਂਦੇ ਨੇ ਝਾਟੀ। ਡਾਵਾਂ ਡੋਲ ਨਹੀਂ ਹੋਣਾ। ਰੱਬ ਵੱਡਾ ਕਿ ਬੰਦਾ ਵੱਡਾ? ਗੁਰੂ ਨਾਨਕ ਸਾਹਿਬ ਵੱਡੇ ਕਿ ਉਹ ਕਹਿਣ ਵਾਲੇ ਵੱਡੇ ਆ? ਦੁੱਕੀ ਦਾ ਬੰਦਾ ਨਹੀਂ ਹੁੰਦਾ ਜਿਹੜੀ ਐਵੇਂ ਗੱਲ ਛੱਡ ਦਿੰਦਾ, ਉਹਦੇ ਮਗਰ ਲੋਕ ਲੱਗ ਜਾਂਦੇ। ਉਹ ਜਿਹਨੇ ਸਰਬੰਸ ਦਾਨ ਕਰਤਾ ਉਹ ਐਵੇਂ ਹੀ ਆ। ਇਸ ਕਰਕੇ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਜਿਹੜਾ ਕੋਈ ਬੋਲਦਾ ਉਹਨੂੰ ਉੱਥੇ ਠੱਪ ਕਰ ਦਿਓ, ਕੋਈ ਲੋੜ ਨਹੀਂ ਬੋਲਣ ਦੀ। ਸਾਡੇ ਵੀ ਦਿਮਾਗ ਲੱਗਿਆ, ਸਾਨੂੰ ਵੀ ਪਤਾ ਸਾਰਾ। ਨਿਤ ਹਮਰੋ ਔਰ ਪ੍ਰਤੀਤੂ ਨਹਿ ਡੋਲਤ ਕਬਹੂ ਚੀਤੂ। ਕਹਿੰਦੇ ਮੇਰੇ ਮਨ ਦੇ ਅੰਦਰ ਤਾਂ ਬਹੁਤ ਪ੍ਰਤੀਤੀ, ਮੇਰਾ ਮਨ ਨਹੀਂ ਡੋਲਦਾ ਹੈ, ਇਸ ਕਰਕੇ ਧਿਆਨ ਦਿਓ। ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਅਨੂਪਾ। ਇਹ ਪਰਮੇਸ਼ਰ ਹੈ ਮੇਰਾ ਵੀਰ। ਇੱਕ ਗੱਲ ਧਿਆਨ ਨਾਲ ਸੁਣ ਲਓ, ਪਰਉਪਕਾਰ ਕਰਦੇ ਨੇ, ਉਪਮਾ ਤੋਂ ਰਹਿਤ ਸੰਤ ਹਨ ਇਹ। ਭਾਵ ਮਾਇਆ ਵਰਤਤ ਜੋ ਸ੍ਰੀ ਨਾਨਕ ਕੀ ਸਭ ਸੋ। ਆ ਸੰਸਾਰ ਅੰਦਰ ਜਿੰਨੀ ਮਾਇਆ ਵਰਤਦੀ ਹੈ ਗੁਰੂ ਨਾਨਕ ਦੀ ਹੈ। ਉਹ ਤੇ ਕੀ ਹੈ ਤੁਹਾਨੂੰ ਦਿਖਾਉਂਦੇ ਨਹੀਂ। ਇਸ ਕਰਕੇ ਸਾਰੀ ਸ੍ਰਿਸ਼ਟੀ ਦੀ ਕੁੱਲ ਮਾਇਆ ਇਹ ਆਪ ਹੀ ਨੇ। ਸਾਰਾ ਕਰਨ ਹਾਰੇ ਨੇ, ਰੋਜੀ ਰੋਟੀ ਦੇਣ ਹਾਰੇ ਨੇ। ਤੁਹਾਡਾ ਮਨ ਕਿਉਂ ਡੋਲ ਗਿਆ? ਤੁਮ ਚਾਹਤ ਜੇ ਅਬ ਦੇਖਾ ਕਰ ਲੀਜੈ ਸਭ ਹੀ ਲੇਖਾ। ਦੇਖਣਾ ਚਾਹੁੰਦੇ ਹੋ? ਜਾਓ ਹੁਣੇ ਲੇਖਾ ਕਰ ਲਓ ਜਾ ਕੇ, ਜੇ ਤੁਹਾਨੂੰ ਕੋਈ ਸ਼ੰਕਾ ਆਉਂਦੀ ਹੈ। ਜੋ ਬਦੈ ਕਦੋਂ ਹੋਏ ਪੂਰਾ ਨਹਿ ਮਾਨੋ ਜੋ ਕਹੋ ਪੂਰਾ। ਜੋ ਮੈਂ ਕਹਿੰਦੀ ਆ ਝੂਠ ਨਹੀਂ ਕਹਿੰਦੀ। ਦੇਖ ਲਿਓ ਤੁਸੀਂ ਜਾ ਕਰਕੇ ਹੁਣ ਉੱਥੇ। ਹਾਂ, ਜਾਂ ਤਾਂ ਵਧੇਗਾ ਜਾਂ ਪੂਰਾ ਢੁਕੇਗਾ। ਮੇਰੇ ਵੀਰ ਦਾ ਲੇਖਾ ਕਦੇ ਨਹੀਂ ਘਟਦਾ। ਸੁਣ ਬੋਲਿਓ ਵਾਕ ਜੇ ਰਾਮਾ ਅਬ ਹੋ ਨਾ ਕਰੋ ਇਹ ਕਾਮਾ। ਹੁਣ ਥੋੜੀ ਜਿਹੀ ਸਮਝ ਆ ਗਈ। ਕਹਿੰਦੇ ਮੈਂ ਥੋੜਾ ਭਟਕ ਗਿਆ ਸੀ,
ਭਰਮ ਗਿਆ ਸੀ, ਭੁੱਲ ਗਿਆ ਸੀ। ਹੁਣ ਨਹੀਂ ਮੈਂ ਕਰਦਾ। ਗੱਲ ਤਾਂ ਸਹੀ ਹੈ, ਮੈਂ ਤਾਂ ਆਪ ਕਹਿੰਦਾ ਹੁੰਦਾ ਵੀ ਤਿੰਨਾਂ ਲੋਕਾਂ ਦੀ ਮਾਇਆ ਇਹਨਾਂ ਦੇ ਕੋਲੇ ਹੈ। ਫਿਰ ਮੈਨੂੰ ਰਾਏ ਬਲਾਰ ਜੀ ਨੇ ਵੀ ਕਿਹਾ ਸੀ ਵੀ ਭਟਕ ਨਾ ਜਾਇਓ, ਇਹ ਆਪ ਪਰਮੇਸ਼ਰ ਆਇਆ ਹੋਇਆ। ਇਹ ਪਤਾ ਨਹੀਂ ਕੀ ਹੋ ਗਿਆ। ਅਸਲ ਵਿੱਚ ਕੁਸੰਗਤ ਹੈ ਜਿਹੜੀ ਨਾ, ਇਹ ਵੱਡੇ ਵੱਡਿਆਂ ਨੂੰ ਪਾੜ ਕੇ ਰੱਖ ਦਿੰਦੀ ਆ। ਤਾਈਓ ਕਬੀਰ ਜੀ ਕਹਿੰਦੇ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਚੁਗਲੀ ਨਿੰਦਾ ਵਾਲੇ ਬੰਦੇ ਦਾ ਮੂੰਹ ਵੈਸੇ ਹੀ ਠੱਪ ਕਰ ਦਿਓ। ਬਸ ਬਈ ਬਸ, ਸਾਨੂੰ ਲੋੜ ਨਹੀਂ ਸੁਣਨ ਦੀ। ਸਾਡਾ ਨਿਸ਼ਚਾ ਅਡੋਲ ਗੁਰੂ ਗ੍ਰੰਥ ਸਾਹਿਬ ਤੇ ਹੈ, ਸਾਡਾ ਨਿਸ਼ਚਾ 10 ਸਰੂਪਾਂ ਤੇ ਹੈ, ਸਾਡਾ ਨਿਸ਼ਚਾ ਹੈ। ਸਾਨੂੰ ਲੋੜ ਹੋਊਗੀ ਅਸੀਂ ਆਪੇ ਖੋਜ ਕਰ ਲਾਂਗੇ। ਤੇਰੇ ਵਰਗੇ ਵਿਦਵਾਨਾਂ ਦੀ ਸਾਨੂੰ ਲੋੜ ਨਹੀਂ ਹੈ। ਹਾਂ ਤੁਮਰੇ ਔਰ ਜਬ ਐਸੇ ਨਹਿ ਲੇਖਾ ਕਰ ਹਾਂ ਕੈਸੇ। ਹੁਣ ਜਦ ਤੇਰੇ ਮਨ ਦੇ ਅੰਦਰ ਇੰਨਾ ਨਿਸ਼ਚਾ ਹੈ, ਭਾਈਆ ਜੈ ਰਾਮ ਕਹਿਣ ਲੱਗੇ ਬੇਬੇ ਨਾਨਕੀ ਜੀ ਨੂੰ, ਮੈਂ ਨਹੀਂ ਫਿਰ ਲੇਖਾ ਕਰਦਾ, ਮੈਥੋਂ ਐਵੇਂ ਗਲਤੀ ਹੋ ਗਈ, ਮੈਨੂੰ ਹੁਣ ਬਹੁਤ ਸ਼ਰਮਿੰਦਗੀ ਜੀ ਹੋ ਰਹੀ ਹੈ। ਬਚਪਨ ਨਾਨਕੀ ਸੁਣੀਏ, ਅਬ ਲੇਖਾ ਲਿਓ ਨਾ ਗੁਨੀਏ। ਬੇਬੇ ਨਾਨਕੀ ਜੀ ਕਹਿਣ ਲੱਗੇ, ਨਹੀਂ ਹੁਣ ਤੁਸੀਂ ਨਾ ਬਾਲੀਆਂ ਵਿਚਾਰਾਂ ਚ ਨਾ ਪਾਓ, ਦੇਰ ਨਾ ਕਰੋ, ਹਿਸਾਬ ਕਰ ਹੀ ਲਓ। ਤੁਸੀਂ ਫੇਰ ਰਾਤ ਨੂੰ ਉੱਠ ਕੇ ਬਹਿ ਜਾਣਾ ਚਿੰਤਾ ਚ, ਦਿਨੇ ਕਿਸੇ ਕੋਲ ਹੋਰ ਗੱਲ ਕਰੋਗੇ, ਸੰਸਿਆਂ ਦੀ ਨਦੀ ਚ ਰੁੜਦੇ ਫਿਰੋਗੇ। ਤੁਸੀਂ ਹੁਣ ਲੇਖਾ ਕਰ ਹੀ ਲਓ ਮੇਰੇ ਵੀਰ ਦਾ, ਇੱਕ ਵਾਰ ਤੁਹਾਨੂੰ ਵੀ ਚਾਨਣ ਹੁਣ ਹੋ ਹੀ ਜਾਵੇ। ਨਹਿ ਕੀਜੈ ਅਬਹਿ ਬਿਲੰਬਾ, ਬਲਵਾਵ ਸਤ ਮਮ ਅੰਬਾ। ਸੋ ਇਸ ਕਰਕੇ ਨਾ ਹੁਣ ਦੇਰ ਨਾ ਕਰੋ। ਜੇ ਤੁਸੀਂ ਜਿੰਨੀ ਦੇਰ ਕਰਦੇ ਹੋ ਤੁਹਾਡੇ ਉੱਤੇ ਵੀ ਉਸ ਗੱਲ ਦਾ ਫਿਰ ਅਸਰ ਪੈਂਦਾ। ਇਸ ਕਰਕੇ ਇਹ ਸਾਰੀ ਜਿਹੜੀ ਗੱਲ ਹੈ ਪੂਰੀ ਕਰ ਲਓ। ਸੋ ਪੁੱਤਰ ਮੇਰੀ ਅੰਮੀ ਦਾ ਜਿਹੜਾ ਪੁੱਤਰ ਨਾ ਭਾ ਬੇਬੇ ਨਾਨਕੀ ਕਹਿੰਦੀ ਗੁਰੂ ਨਾਨਕ ਦੇਵ ਜੀ, ਉਹਨੂੰ ਬੁਲਾ ਲਓ, ਹਿਸਾਬ ਕਿਤਾਬ ਮੁਕਾਓ। ਹੁਣ ਕਹਿ ਭੇਜੀ ਤੁਲਸਾਂ ਦਾਸੀ, ਜਹ ਨਾਨਕ ਤੇ ਸੁਖ ਰਾਸੀ। ਸੋ ਜਿੱਥੇ ਤੁਲਸਾਂ ਦਾਸੀ ਨੂੰ ਭੇਜਿਆ, ਜੈ ਨਾਨਕ ਥੇ ਸੁਖ ਰਾਸੀ, ਜਿੱਥੇ ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਸਨ। ਤੇ ਬੂਝਤ ਨਾਨਕ ਐਸੇ, ਕਹੋ ਤੁਲਸਾਂ ਆਈ ਕੈਸੇ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਤੁਲਸਾਂ ਤੂੰ ਇੱਥੇ ਕਿਵੇਂ ਆਈ ਹੱਟੀ ਤੇ? ਤੂੰ ਤਾਂ ਘਰ ਕੰਮ ਕਰਦੀ ਹੈ, ਇੱਥੇ ਕੀ ਲੈਣ ਆਈ ਹੈ? ਪੁੰਨ ਦਾਸੀ ਬਚਨ ਬਖਾਨੇ, ਤੁਮ ਭਗਨੀ ਬਹੁ ਹਿਤਵਾਨੇ। ਦਾਸੀ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਭੈਣ ਜੀ ਦੇ ਬਹੁਤ ਪਿਆਰੇ ਵੀਰ ਹੋ ਜੀ। ਬਹੁ ਬਿਨੈ ਕਰੀ ਕਹਿ ਬਾਨੀ, ਦੇਹ ਦਰਸ਼ਨ ਕਰਨਾ ਠਾਨੀ। ਭੈਣ ਜੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਨੂੰ ਬੇਨਤੀ ਕਰਿਓ ਕਿ ਇੱਕ ਵਾਰ ਆ ਕੇ ਘਰੇ ਦਰਸ਼ਨ ਦੇ ਜਾਓ ਜੀ। ਕਿਉਂ ਆਈ ਤੁਮਰੇ ਪਾਸਾ, ਉੱਠ ਚਲੀਏ ਸੁਸਾ ਅਵਾਸਾ। ਇਸ ਕਰਕੇ ਮੈਂ ਤੁਹਾਡੇ ਕੋਲ ਆਈ ਹਾਂ, ਤਾਂ ਤੇ ਤੁਸੀਂ ਭੈਣ ਜੀ ਦੇ ਘਰੇ ਇੱਕ ਵਾਰ ਆ ਜਾਓ ਜੀ। ਦੋਹਰਾ ਸ੍ਰੀ ਨਾਨਕ ਬੋਲੇ ਬਚਨ, ਚੱਲ ਤੁਲਸਾਂ ਹੋ ਆਏ। ਮਹਾਰਾਜ ਗੁਰੂ ਨਾਨਕ ਦੇਵ ਜੀ ਬਚਨ ਬੋਲੇ, ਚੱਲ ਤੁਲਸਾਂ ਤੂੰ ਚੱਲ, ਅਸੀਂ ਪਿੱਛੇ ਹੀ ਆ ਰਹੇ ਹੁਣ। ਮੁਝ ਕੋ ਲੀਨ ਬੁਲਾਏ ਢਿਗ, ਬੂਝਤ ਭੇ ਗਤ ਦਾਏ। ਸੋ ਮੈਨੂੰ ਬੁਲਾ ਲਿਆ ਨਾਲ ਔਰ ਪੁੱਛਣ ਲੱਗੇ ਮੁਕਤੀ ਦਾਤਾ ਜੀ। ਹਾਕਲ ਛੰਦ ਕਿਉਂ ਹਮੈ ਬੁਲਾਇਓ ਬਾਲਾ, ਭ੍ਰਮ ਹੋਇਓ ਔਰ ਇਹ ਕਾਲਾ। ਭਾਈ ਬਾਲਾ, ਇਹ ਸਾਨੂੰ ਕਿਉਂ ਬੁਲਾਇਆ ਬੇਬੇ ਜੀ ਨੇ ਇਸ ਵਕਤ? ਲੱਗਦਾ ਕੋਈ ਭਰਮ ਪੈ ਗਿਆ ਮਨ ਦੇ ਅੰਦਰ ਉਹਨਾਂ ਦੇ। ਮਮ ਚੁਗਲੀ ਕੀਨੀ ਕਾਹੂ, ਮਨ ਲਖੀਅਤ ਹੋਂ ਬਿਦ ਜਾਹੂ। ਆਪ ਹੀ ਕਰਾਉਣ ਵਾਲੇ, ਚੁਗਲੀ ਤੁਹਾਡੇ ਹੱਥ 'ਚ ਸਾਰੀ, ਕਰਾਉਣੀ ਵੀ ਆਪੇ, ਕਰਨੇ ਵਾਲੇ ਵੀ ਆਪੇ, ਪ੍ਰੇਰਨਾ ਹੀ ਦੇਣੀ ਆ। ਉਹ ਜੇ ਚੁਗਲ ਦੀ ਕੀ ਹਿੰਮਤ ਹੈ ਚੁਗਲੀ ਕਰ ਜਾਵੇ ਤੁਹਾਡੀ। ਇਸ ਕਰਕੇ ਕਰੇ ਆਪ ਹੀ ਦੱਸੀ ਜਾਂਦੇ ਨੇ, ਮੈਨੂੰ ਲੱਗਦਾ ਕਿਸੇ ਨੇ ਚੁਗਲੀ ਕੀਤੀ ਹੈ। ਇਹ ਵਿਧੀ ਮੈਨੂੰ ਜਾਣੀ ਲੱਗਦੀ ਹੈ ਕਿ ਭਾਈਏ ਨੂੰ ਕਿਸੇ ਨੇ ਜਾ ਕੇ ਕਹਿਤਾ ਹੋਣਾ। ਸ੍ਰੀ ਅੰਗਦ ਸੋ ਕਹਿ ਬਾਲਾ, ਸਭ ਕਥਾ ਬਨਾਏ ਰਸਾਲਾ। ਬੜੀ ਰਸਾਲ ਰਸਦਾਇਕ ਕਥਾ ਬਣਾ ਕੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੁਣਾ ਰਹੇ ਨੇ। ਗੁਰ ਅੰਗਦ ਸੁਣੀਏ ਬੈਨਾ, ਹਾਂ ਭਾਖਿਓ ਸੁਨੋ ਸੁਖੈਨਾ। ਸੋ ਇਸ ਕਰਕੇ ਹੈ ਗੁਰੂ ਅੰਗਦ ਦੇਵ ਜੀ ਹੁਣ ਅੱਗੇ ਹੋਰ ਬਚਨ ਸੁਣੋ, ਬੜੇ ਵਧੀਆ। ਹਾਂ ਭਾਖਿਓ, ਮੈਂ ਕਿਹਾ ਸੁਨੋ ਸੁਖੈਨਾ। ਇਹ ਜਿਹੜੇ ਬਚਨ ਨੇ ਨਾ ਜੀ, ਸੁਖ ਦੇ ਘਰ ਜੀ ਗੁਰੂ ਨਾਨਕ ਦੇਵ ਜੀ ਸੁਣੋ। ਕੋ ਕਰ ਹੈ ਦੂਤੀ ਤੇਰੀ, ਨਹਿ ਔਗਨ ਤਾ ਕਛ ਹੇਰੀ। ਮੈਂ ਕਹਿੰਦੇ ਇੱਕ ਸਰਦਾ ਨਾਲ ਕਿਹਾ, ਮਹਾਰਾਜ ਤੁਹਾਡੀ ਚੁਗਲੀ ਕਰਨੀ ਕਿਸੇ ਨੇ? ਕਿਹੜਾ ਔਗਣਾ ਤੁਹਾਡੇ 'ਚ ਜਿਹੜੀ ਤੁਹਾਡੀ ਕੋਈ ਚੁਗਲੀ ਕਰੂਗਾ ਜਾ ਕੇ? ਨਹਿ ਕਰਥੇ ਕਛੂ ਕੁਕਾਰਾ, ਸੁਨ ਨਾਨਕ ਬਚਨ ਉਚਾਰਾ। ਸੋ ਇਸ ਕਰਕੇ ਮਾੜਾ ਕੰਮ ਨਹੀਂ ਤੁਸੀਂ ਕਰਦੇ ਕੋਈ। ਸੁਣ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੈ ਆਪਨ ਮੈਂ ਜੋ ਮਿਠਾਈ, ਸੋ ਬਾਲਾ ਆਨ ਉਚਾਈ। ਹੁਣ ਜਿਹੜੀ ਮਠਿਆਈ ਹੈ ਕਹਿੰਦੇ ਹੱਟੀ ਦੇ ਵਿੱਚ, ਉਹ ਚੁੱਕ ਲਿਆ ਭਾਈ ਬਾਲਾ, ਉਹ ਚੁਕਵਾ ਲਈ।
ਲੈ ਢਾਈ ਸ਼ੇਰ ਪਤਾਸੇ ਉਠ ਗਛਤ ਭੇ ਸੁਖ ਰਾਸੇ। 2.5 ਸ਼ੇਰ ਪਤਾਸੇ ਲੈ ਕਰਕੇ ਉਸ ਵਕਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚੱਲ ਪਏ। ਚਲ ਆਏ ਸੁਸਾ ਨਿਕੇਤਾ ਹਾਂ ਸੰਗ ਗਇਓ ਕਰ ਹੇਤਾ। ਕਹਿੰਦੇ ਮੈਂ ਵੀ ਬੜਾ ਪਿਆਰ ਕਰਕੇ ਨਾਲ ਗਿਆ ਤੇ ਉਸ ਵਕਤ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਆ ਗਏ। ਉਠ ਕੀਨੋ ਬਹੁ ਸਤਕਾਰੂ ਮਚ ਦੀਨ ਵਿਛਾਏ ਜੋ ਚਾਰੂ। ਬੜਾ ਮੰਚ ਹੁੰਦਾ ਸੁੰਦਰ ਪਲੰਘ ਵਿਛਾ ਦਿੱਤਾ। ਉੱਠ ਕੇ ਬੇਬੇ ਜੀ ਨੇ ਬਹੁਤ ਸਤਿਕਾਰ ਕੀਤਾ। ਤਾ ਬੋਲੇ ਬੇਦੀਆਂ ਕੇਤਾ ਕਹੋ ਭਗਨੀ ਬੋਲਣ ਹੇਤਾ। ਉਸ ਵਕਤ ਬੇਦੀਆਂ ਦੀ ਕੋਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਬੇਬੇ ਜੀ ਦੱਸੋ ਇਹ ਸੱਦਣ ਦਾ ਕੀ ਸਬਬ ਹੈ ਤੁਹਾਡਾ? ਤੁਮ ਹਮਕੋ ਬੋਲ ਪਠਾਇਓ ਸੁਨ ਆਏ ਸਮੈ ਚੱਲ ਆਇਓ। ਤੁਸੀਂ ਮੈਨੂੰ ਸੁਨੇਹਾ ਭੇਜਿਆ ਹੈ ਤੁਲਸਾਂ ਦੇ ਹੱਥ, ਉਹ ਸੁਣ ਕਰਕੇ ਮੈਂ ਛੇਤੀ ਹੀ ਚੱਲ ਕੇ ਆਇਆ ਹਾਂ। ਕਹਿ ਕਾਲੂ ਤਨ ਜਾ ਭਾਈ ਤਬ ਦਰਸ਼ਨ ਮਨ ਲਲਚਾਈ। ਬੇਬੇ ਕਹਿਣ ਲੱਗੀ ਭਰਾਤਾ ਜੀ ਬਸ ਵੈਸੇ ਹੀ ਦਰਸ਼ਨਾਂ ਨੂੰ ਜੀ ਕਰਦਾ ਸੀ ਤਾਂ ਤੁਹਾਨੂੰ ਬੁਲਾਇਆ ਹੈ ਜੀ। ਤਾਂ ਭੇਜੀ ਤੁਲਸਾ ਦਾਸੀ ਆਵਤ ਦੇਖਤ ਹਿਰਦਾ ਵਿਕਾਸੀ। ਤਾਂ ਮੈਂ ਤੁਲਸਾ ਦਾਸੀ ਭੇਜੀ ਸੀ ਤੇ ਹੁਣ ਮੇਰਾ ਮਨ ਤੁਹਾਡੇ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ ਹੈ। ਸ੍ਰੀ ਨਾਨਕ ਬਚਨ ਉਚਾਰੇ ਸੁਨ ਭਗਨੀ ਹਿਰਦੈ ਹਮਾਰੇ। ਧੰਨ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ, ਸੁਣੋ ਭੈਣ ਜੀ ਸਾਡੇ ਮਨ ਦੇ ਅੰਦਰ ਭ੍ਰਮ ਹੋਇਓ ਦੇਹੋ ਬਤਾਈ ਕਿਸ ਕਾਰਜ ਮੋਹਿ ਬੁਲਾਈ। ਨਹੀਂ ਅਸਲੀਅਤ ਦੱਸ ਦਿਓ ਕੀ ਹੈ। ਕੋਈ ਗੱਲ ਨਹੀਂ, ਜਿਹੜਾ ਭਰਮ ਹੋ ਗਿਆ ਨਾ ਹੁਣ ਬੋਲ ਹੀ ਦਿਓ ਤੁਸੀਂ ਮੈਨੂੰ। ਬਚਪਨੇ ਨਾਨਕੀ ਐਸੇ ਤੁਮ ਜਾਣਤ ਸਭ ਵਿਦ ਜੈਸੇ। ਵੀਰ ਜੀ ਤੁਸੀਂ ਫਿਰ ਸਾਰਾ ਜਾਣਦੇ ਹੀ ਹੋ, ਹੁਣ ਮੈਂ ਤਾਂ ਨਹੀਂ ਕਹਿਣਾ ਆਪਣੇ ਮੂੰਹ ਨਾਲ ਮੇਰਾ ਵੀਰ ਰੱਬ ਹੈ, ਪਰ ਤੁਸੀਂ ਜਾਣਦੇ ਹੋ ਕੀ ਗੱਲ ਹੈ। ਉਹ ਅੰਤਰ ਜਾਮੀ ਜਾਨੋ ਬਿਲ ਬੋਨਤ ਸਭ ਹੈ ਪਛਾਨੋ। ਵੀਰ ਜੀ ਤੁਸੀਂ ਤਾਂ ਅੰਤਰ ਜਾਮੀ ਹੋ, ਅੰਦਰ ਦੀ ਜਾਣਨ ਹਾਰੇ ਹੋ, ਬਿਨਾਂ ਬੋਲੇ ਹੀ ਸਭ ਜਾਣਦੇ ਹੋ, ਇਸ ਕਰਕੇ ਮੇਰੇ ਮੂੰਹੋਂ ਨਾ ਕਹਾਓ ਜੀ। ਸੁਣ ਭਗਨੀ ਮੈਂ ਔਰ ਜਾਨੀ ਮੋਰਾ ਦੂਤੀ ਕਿਨੈ। ਸੁਣੋ ਭੈਣ ਜੀ ਮੈਂ ਮਨ ਚ ਜਾਣ ਵਾਲੀ ਗੱਲ, ਮੇਰੀ ਚੁਗਲੀ ਲਾਈ ਉੱਥੇ ਕਿਸੇ ਨੇ ਜਾ ਕੇ। ਹਾਏ ਆਗੇ ਹਮੈ ਸੰਦੇਹੋ ਸਭ ਲੇਖਾ ਅਬ ਕਰ ਲੈ। ਪਹਿਲਾਂ ਹੀ ਮੈਨੂੰ ਤਾਂ ਸ਼ੱਕ ਸੀ ਇਸ ਗੱਲ ਤੇ, ਇਸ ਕਰਕੇ ਚਾਹੀਦਾ ਕਿ ਹੁਣ ਲੇਖਾ ਆਪਾਂ ਕਰ ਹੀ ਲਈਏ ਬਾਕੀ ਦਾ ਵੀ। ਬਹੁਤ ਦੇਰ ਭਾਈ ਬਿਨ ਲੇਖੇ ਧਨ ਨਿਕਸੈ ਕਿਤਨ ਸੇਖੇ। ਹੁਣ ਬਾਕੀ ਵੱਧ ਧਨ ਕਿੰਨਾ ਨਿਕਲਦਾ ਚਲੋ ਇਹ ਤਾਂ ਦੇਖਦੇ ਹਾਂ, ਹੁਣ ਬਹੁਤ ਦੇਰ ਵੀ ਹੋ ਗਈ, ਵੈਸੇ ਲੇਖਾ ਪਤਾ ਕੀਤੇ ਨੂੰ ਹਿਸਾਬ ਕਿਤਾਬ ਕਰਾ ਹੀ ਲਈਏ। ਮਿਟ ਜਾਏ ਹੈ ਮਨ ਸੰਦੇਹਾ ਆਇਆ ਪੂਰਬ ਹੀ ਮੁਝ ਪ੍ਰੇਹਾ। ਮਿਟ ਜਾਏਗਾ ਮਨ ਦਾ ਸੰਦੇਹਾ ਸ਼ੰਕਾ, ਕਿਉਂ ਪਹਿਲਾਂ ਹੀ ਮੇਰੇ ਮਨ ਦੇ ਅੰਦਰ ਇਹ ਇੱਛਾ ਸੀ ਕਿ ਹੁਣ ਹਿਸਾਬ ਕਿਤਾਬ ਕਰਾ ਹੀ ਲੈਣਾ ਚਾਹੀਦਾ ਹੈ। ਸੁਨ ਭਗਨੀ ਦੇ ਤਦਲੇਸਾ ਨਹਿ ਕੋ ਭਰਾਤ ਅੰਦੇਸਾ। ਉਸ ਵਕਤ ਬੇਬੇ ਜੀ ਨੇ ਦਿਲਾਸਾ ਦਿੱਤਾ, ਭਰਾ ਜੀ ਡਰ ਤਾਂ ਵੈਸੇ ਕੋਈ ਨਹੀਂ, ਸੰਸਾ ਤਾਂ ਕੋਈ ਨਹੀਂ ਹੈ ਮੈਨੂੰ। ਸਭ ਲੇਖਾ ਲੈਣਾ ਦੇਣਾ ਨਿਤ ਚੱਲਿਓ ਜਾਤ ਘਟ ਹੈ ਨਾ। ਸੋ ਸਾਰਾ ਲੇਖਾ ਦੇਣਾ ਲੈਣਾ ਚੱਲਦਾ ਹੀ ਆਉਂਦਾ, ਨਿਤ ਚੱਲਿਓ ਜਾਤ ਘਟ ਹੈ ਨਾ। ਇਹ ਘਟ ਨਹੀਂ ਹੋਣਾ, ਇਹ ਲੇਖਾ ਪਤਾ ਤਾਂ ਇਸੇ ਤਰ੍ਹਾਂ ਹੀ ਹੋਣਾ, ਤੁਹਾਡਾ ਤਾਂ ਚੜ੍ਹਦੀ ਕਲਾ ਹੀ ਹੋਣੀ ਆ। ਪਰ ਕੀ ਕਰੀਏ ਸੰਸਾਰ ਹੈ, ਇਹ ਸੰਸਾਰ ਵਿੱਚ ਰੱਬ ਵੀ ਆਇਆ, ਰੱਬ ਨੂੰ ਵੀ ਲੇਖਾ ਦੇਣ ਲਾਇਆ। ਲੋਕ ਬੜੇ ਦੇਖੋ ਕੈਸੇ ਨੇ, ਨਹੀਂ ਸਮਝ ਸਕਦੇ ਗੁਰੂ ਨਾਨਕ ਸਾਹਿਬ ਨੂੰ। ਚਲੋ ਉਦੋਂ ਲੋਕ ਅਣਜਾਣ ਸੀ, ਹੁਣ ਸਮਝਦੇ, ਹੁਣ ਵੀ ਉਹੋ ਜਿਹੇ ਹਿਸਾਬ ਕਿਤਾਬ ਕਰ ਲੈਂਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸਾ ਭਰੋਸਾ ਬਣਾਓ ਜੈਸਾ ਬੇਬੇ ਨਾਨਕੀ ਦਾ ਹੈ, ਜੈਸਾ ਭਾਈ ਬਾਲਾ ਦਾ ਭਰੋਸਾ ਹੈ, ਜੈਸਾ ਰਹਿ ਬਲਾਰ ਦੇ ਅੰਦਰ ਹੈ, ਐਸਾ ਯਕੀਨ ਮਨ ਦੇ ਅੰਦਰ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਚਿੱਤ ਜੋੜੀਏ ਔਰ ਗੁਰਮੰਤਰ ਜੋ ਬਖਸ਼ਿਆ ਜਪੀਏ, ਸਤਿਗੁਰੂ ਸਾਡਾ ਭਲਾ ਕਰਨ। ਸੋ ਇਸ ਤਰ੍ਹਾਂ ਅੰਮ੍ਰਿਤ ਛਕਣ ਵਾਲੇ ਧਿਆਨ ਦੇ ਲੈਣ। ਸਟਾਕਟਨ ਗੁਰੂ ਘਰ ਦੇ ਵਿੱਚ ਕੱਲ ਨੂੰ 1 ਵਜੇ ਦੁਪਹਿਰੇ ਅੰਮ੍ਰਿਤ ਸੰਚਾਰ ਹੈ। ਕੋਈ ਕਿਤੋਂ ਵੀ ਛਕਣ ਵਾਸਤੇ ਜੇ ਇੱਛਾ ਰੱਖਦਾ ਹੋਵੇ, ਕੇਸੀ ਇਸ਼ਨਾਨ ਕਰ 5 ਕਕਾਰ ਪਹਿਨ ਕੇ ਪਹੁੰਚ ਜਾਣ ਛਕਣ ਵਾਸਤੇ। ਦੁਬਾਰਾ ਛਕਣ ਵਾਲੇ ਵੀ ਪਹੁੰਚ ਜਾਓ, ਕੋਈ ਕਰੈਤ ਹੋ ਗਈ ਬਖਸ਼ਾਓ, ਪਤੀ ਪਤਨੀ ਹੋਣ ਪਹੁੰਚ ਜਾਓ, ਬੱਚਿਆਂ ਨੂੰ ਲੈ ਕੇ ਜਾਓ ਨਾਲ, ਸਤਿਗੁਰੂ ਦੇ ਜਹਾਜ਼ ਤੇ ਚੜ ਜਾਓ, ਮੌਕਾ ਹੈ, ਸਤਿਗੁਰੂ ਕਿਰਪਾ ਕਰਨ। ਇਉਂ ਗੁਰਮੰਤਰ ਜੋ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ, ਸੁੰਦਰ ਪ੍ਰਸੰਗ ਸ਼ਰਵਣ ਕੀਤਾ। ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਦੇ ਇਤਿਹਾਸ ਨੂੰ ਜਦੋਂ ਆਪਾਂ ਸੁਣਦੇ ਪੜ੍ਹਦੇ ਹਾਂ, 1 ਸੈਕਿੰਡ ਲਈ ਵੀ ਧਿਆਨ ਸਾਡਾ ਸੁਲਤਾਨਪੁਰ ਸਾਹਿਬ ਤੋਂ ਪਾਸੇ ਨਹੀਂ ਗਿਆ। ਅਸੀਂ ਤਾਂ ਉੱਥੇ ਹੀ ਰਹੇ। ਉਹ ਹੱਟੀ ਜਿਹਨੇ ਦਰਸ਼ਨ ਕੀਤੇ, ਉਹ ਬੇਬੇ ਨਾਨਕੀ ਦਾ ਘਰ, ਉਹ ਬੇਰ ਸਾਹਿਬ ਸਥਾਨ,
ਇਹ ਓਨਾ ਸਮਾਂ ਆਪਣਾ ਸੱਚਖੰਡ 'ਚ ਪ੍ਰਵਾਨ ਹੋ ਜਾਂਦਾ, ਲੇਖੇ 'ਚ ਪੈਂਦਾ, ਮਨ ਦੀ ਸ਼ੁੱਧੀ ਹੋ ਜਾਂਦੀ ਹੈ। ਇਹ ਵੀ ਇੱਕ ਭਗਤੀ ਹੈ, ਇਹ ਵੀ ਇੱਕ ਸ਼ਰਵਣ ਦਰਸ਼ਨ ਹੈ। ਕਈਆਂ ਨੂੰ ਸ਼ਰਵਣ ਦਰਸ਼ਨ ਕਰਦਿਆਂ ਪ੍ਰਤੱਖ ਦਰਸ਼ਨ ਵੀ ਹੋ ਜਾਂਦੇ ਨੇ। ਇਸ ਕਰਕੇ ਗੁਰੂ ਕੀ ਸੰਗਤ 'ਚ ਬਹਿ ਕੇ ਕਥਾ ਸ਼ਰਵਣ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸਾਰਾ ਸਮਾਂ ਸਾਡਾ ਸਤਿਗੁਰੂ ਜੀ ਪ੍ਰਵਾਨ ਕਰਦੇ। ਦੂਰ ਦਰਾਡੇ ਕੋਈ ਬੈਠਾ ਸੁਣਦਾ, ਉਹਦਾ ਧਿਆਨ ਵੀ ਸੁਲਤਾਨਪੁਰ ਸਾਹਿਬ ਚਲਿਆ ਗਿਆ। ਉਹਨੇ ਵੀ ਆਪਣੇ ਮਨ ਦੀ ਕਲਮ ਲੈ ਕੇ ਗੁਰੂ ਨਾਨਕ ਸਾਹਿਬ ਦਾ ਚਿੱਤਰ ਉਕਰਿਆ, ਬੇਬੇ ਨਾਨਕੀ ਦਾ ਚਿੱਤਰ ਉਕਰਿਆ, ਧਿਆਨ ਉੱਥੇ ਬਣਾਇਆ। ਉਹ ਧਿਆਨ ਲੱਗਣ ਕਰਕੇ ਮਨ ਦੀ ਹੋਰ ਸ਼ੁੱਧੀ ਹੋਈ, ਇਕਾਗਰਤਾ ਹੋਈ। ਕਿਉਂ? ਇਤਿਹਾਸ ਦੀ ਕਥਾ, ਸਵੇਰ ਦੀ ਬਾਣੀ ਦੀ ਕਥਾ, ਹੌਲੀ ਹੌਲੀ ਸੁਣ ਹਰ ਕਥਾ ਉਤਾਰੀ ਮੈਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਕਥਾ ਸੁਣਦਿਆਂ ਸੁਣਦਿਆਂ ਮਨ ਦੀ ਮੈਲ ਉਤਰ ਜਾਂਦੀ ਹੈ, ਮਨ ਨਿਰਮਲ ਹੁੰਦਾ। ਕਥਾ ਤੋਂ ਬਾਅਦ ਫਿਰ ਉਸ ਵਕਤ ਮਨ ਦੇ ਅੰਦਰ ਮੋਹਰ ਛਾਪ ਲਾ ਦਈਏ, ਹੁਣ ਮਨ ਤਿਆਰ ਹੈ, ਸ਼ੁੱਧ ਹੋਇਆ ਹੋਇਆ, ਥੋੜਾ ਜਿਹਾ ਟਿਕਿਆ ਹੋਇਆ। ਇਹਦੇ ਉੱਤੇ ਲਾ ਲਓ ਨਾਮ ਦੇ ਠੱਪੇ, ਹਰ ਇੱਕ ਸਵਾਸ ਦੇ ਉੱਤੇ ਲਾ ਕੇ ਸਫਲਾ ਕਰੀਏ। ਵਾਹਿਗੁਰੂ ਵਾਹਿਗੁਰੂ